ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਵਿੰਦ ਜਿਸ ਮੈਂ ਅੰਮ੍ਰਿਤ ਗਿਆਨ ਹੈ ਮਾਨਿਕ ਭਗਤ ਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਓਦਦ ਧੰਦੋਂ ਕਰ ਅਨੁਰਾਗ ਏਕੰਕਾਰਾ ਸਤਿਗੁਰੂ ਜਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ। ਜੇ ਮਹਿ ਪਤ ਕ੍ਰਿਤ ਮਹਿ ਦੇ ਦੋਸ਼ੂ ਰਿਸ਼ਾ ਤਾਹੇ ਪਰ ਲਖੈ ਬਿਹੋਸ਼ੂ ਇਮ ਅਲਪਗ ਗਿਆਨ ਕੀ ਕ੍ਰਿਤ ਮਾਹੀ ਪ੍ਰਭ ਸਰਬਗ ਜਥੋਜਿਤ ਆਹੀ। ਜੇ ਮਹਿ ਪਤ ਕ੍ਰਿਤ ਮਹਿ ਦੇ ਦੋਸ਼ੂ ਰਿਸ਼ਾ ਤਾਹੇ ਪਰ ਲਖੈ ਬਿਹੋਸ਼ੂ ਇਮ ਅਲਪਗਿਆਨ ਕੀ ਕ੍ਰਿਤ ਮਾਹੀ ਪ੍ਰਭ ਸਰਬਗ ਜਥੋਚਿਤ ਆਹੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਗੁਰੂ ਪਿਆਰੇ ਖਾਲਸਾ ਜੀ, ਆਪ ਜੀ ਵਡਭਾਗੇ ਹੋ ਜੋ ਦੀਨ ਦੁਨੀਆ ਦੇ ਮਾਲਕ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਈਮਾਨ ਹੋ ਕੇ ਗੁਰ ਇਤਿਹਾਸ ਦੀ ਚੱਲ ਰਹੀ ਲੜੀਵਾਰ ਪਾਵਨ ਕਥਾ ਸਰਵਣ ਕਰਨ ਲਈ ਸਤਸੰਗਤ ਦੀਆਂ ਘੜੀਆਂ ਦਾ ਲਾਭ ਉਠਾ ਰਹੇ ਹੋ। ਗੁਰੂ ਪਿਆਰੇ ਖਾਲਸਾ ਜੀ, ਕੱਲ੍ਹ ਦੀ ਪਿਛਲੀ ਲੜੀ ਵਿੱਚ ਆਪ ਨੇ ਸੁਣਿਆ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਕੋਲ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਇੱਕ ਗੁਰਸਿੱਖ ਜਿਸ ਦਾ ਨਾਮ ਗੁਰਮੁਖ ਹੈ, ਉਹ ਚੱਲ ਕੇ ਆਇਆ ਤੇ ਉਸਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਅੱਗੇ ਬੇਨਤੀ ਕੀਤੀ, ਪਾਤਸ਼ਾਹ ਜੀ ਭਾਣੇ ਬਾਰੇ ਬਹੁਤ ਸੁਣਿਆ ਔਰ ਬਾਣੀ ਵਿੱਚ ਵੀ ਆਉਂਦਾ ਕਿ ਭਾਣੇ ਵਿੱਚ ਰਹਿਣਾ ਚਾਹੀਦਾ। ਮਹਾਰਾਜ, ਕੀ ਕੋਈ ਐਸਾ ਗੁਰਸਿੱਖ ਵੀ ਹੈ ਜਿਹੜਾ ਭਾਣੇ ਨੂੰ ਇੰਨ ਬਿੰਨ ਮੰਨਦਾ ਹੋਵੇ? ਇੱਕ ਤਾਂ ਹੁੰਦਾ ਮੰਨਣਾ, ਧੱਕੇ ਨਾਲ ਮਨਾ ਲਿਆ, ਕੁਛ ਕਰੇ ਨਾ ਸਕਿਆ ਫਿਰ ਕੀ ਕਰੇਗਾ, ਜਦੋਂ ਵੱਸਦੀ ਉਹ ਗੱਲ ਨਹੀਂ, ਰੋ ਵੀ ਲਿਆ, ਧਾਹਾਂ ਵੀ ਮਾਰ ਲਈਆਂ, ਲਾਂਭੇ ਵੀ ਦੇ ਲਏ, ਜਦੋਂ ਕੁਛ ਨਾ ਵੱਸ ਚੱਲਿਆ ਬਾਅਦ ਵਿੱਚ ਇਹ ਵੀ ਕਹਿ ਲਿਆ ਚਲੋ ਭਾਣਾ। ਪਰ ਇੱਕ ਸੱਚੀ ਮੁੱਚੀ ਸਮਰੱਥਾ ਹੋਣ ਦੇ ਬਾਵਜੂਦ ਵੀ ਜੋ ਰੱਬੀ ਹੁਕਮ ਵਿੱਚ ਰਾਜੀ ਰਹਿਣਾ ਔਰ ਰੱਬ ਦੇ ਉੱਤੇ ਕੋਈ ਗਿਲਾ ਸ਼ਿਕਵਾ ਨਾ ਕਰਨਾ, ਕੀ ਇਸ ਤਰ੍ਹਾਂ ਦਾ ਭਾਣੇ ਨੂੰ ਮੰਨਣ ਵਾਲਾ ਵੀ ਕੋਈ ਹੈ? ਗੁਰੂ ਅਰਜਨ ਦੇਵ ਜੀ ਨੇ ਆਖਿਆ, ਭਾਈ ਗੁਰਮੁਖ, ਗੁਰੂ ਘਰ ਦੇ ਵਿੱਚ ਘਾਟਾ ਥੋੜ੍ਹਾ ਕਿਸੇ ਚੀਜ਼ ਦਾ, ਕਾਲ ਥੋੜ੍ਹਾ ਪੈ ਗਿਆ। ਬੜੇ ਐਸੇ ਗੁਰਸਿੱਖ ਹਨ ਜਿਹੜੇ ਭਾਣੇ ਨੂੰ ਮੰਨਦੇ ਹਨ। ਇਹਨੇ ਆਖਿਆ, ਗੁਰੂ ਜੀ ਕੋਈ ਇੱਕ ਜਿਹੜਾ ਨੇੜੇ ਹੋਵੇ ਆਪਣੇ, ਮੈਨੂੰ ਉਹਦੇ ਦਰਸ਼ਨ ਕਰਾ ਦਿਓ। ਅੰਮ੍ਰਿਤਸਰ ਸਾਹਿਬ ਤੋਂ ਨੇੜੇ ਲਾਹੌਰ ਸੀ, ਲਾਹੌਰ ਦੇ ਨੇੜੇ ਹੀ ਗੁਜਰਾਤ ਪਿੰਡ ਪੈਂਦਾ ਸੀ, ਅੱਜ ਕੱਲ੍ਹ ਪਾਕਿਸਤਾਨ ਵਿੱਚ ਪੈਂਦਾ ਹੈ।
ਗੁਰੂ ਜੀ ਕਹਿੰਦੇ ਗੁਜਰਾਤ ਪਿੰਡ ਚਲਾ ਜਾ, ਉੱਥੇ ਭਾਈ ਭਿਖਾਰੀ ਸਿੱਖ ਦਾ ਨਾਮ ਹੈ, ਜਾ ਕੇ ਉਹਦੇ ਕੋਲ ਕੁਝ ਦਿਨ ਰਹਿ ਕੇ ਆ, ਤੇਰੇ ਸਾਰੇ ਸਵਾਲਾਂ ਦਾ ਉੱਤਰ ਤੈਨੂੰ ਮਿਲ ਜਾਏਗਾ। ਇਹ ਸਿੱਖ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਚੱਲ ਕੇ ਭਾਈ ਭਿਖਾਰੀ ਦੇ ਨਗਰ ਪਹੁੰਚ ਗਿਆ। ਜਦੋਂ ਘਰੇ ਗਿਆ, ਘਰ ਦੇ ਵਿੱਚ ਵਿਆਹ ਦਾ ਮਾਹੌਲ ਹੈ, ਚਾਰੇ ਪਾਸੇ ਖੁਸ਼ੀਆਂ ਦਾ ਸਮਾਗਮ ਚੱਲ ਰਿਹਾ ਹੈ, ਹਲਵਾਈ ਲੱਗੇ ਆ, ਰਿਸ਼ਤੇਦਾਰ ਸਾਕ ਸੰਬੰਧੀ ਆ ਰਹੇ ਆ। ਭਾਈ ਪੁੱਛਿਆ ਕੀ ਗੱਲ ਹੈ? ਕਹਿੰਦੇ ਭਾਈ ਭਿਖਾਰੀ ਦੇ ਪੁੱਤਰ ਦਾ ਵਿਆਹ ਹੈ, ਬੇਟੇ ਦਾ। ਕਹਿੰਦੇ ਜੀ ਠੀਕ ਹੈ। ਅੱਗੇ ਭਾਈ ਭਿਖਾਰੀ ਜੀ ਨੂੰ ਜਾ ਕੇ ਮਿਲਿਆ, ਉਹਨਾਂ ਨੇ ਬੜਾ ਸਤਿਕਾਰ ਦਿੱਤਾ, ਜਲ ਪਾਣੀ ਛਕਾਇਆ। ਪਰ ਭਾਈ ਭਿਖਾਰੀ ਜੀ ਕੀ ਕਰ ਰਹੇ ਆ? ਇੱਕ ਫਟੀ ਹੋਈ ਦਰੀ ਉਹਨੂੰ ਸਿਮ ਰਹੇ ਆ। ਚਟਾਈ ਜੀ ਜੋ ਕੋਈ ਮਰ ਜਾਂਦਾ, ਜਿਸ ਵੇਲੇ ਸਰੀਰ ਛੱਡ ਜਾਂਦਾ ਹੈ, ਅਕਾਲ ਚਲਾਣਾ ਕਰ ਜਾਂਦਾ ਹੈ, ਉਹ ਬੰਦੇ ਦੇ ਜਾਣ 'ਤੇ ਜਦੋਂ ਕੋਈ ਬੰਦੇ ਆਉਂਦੇ ਆ ਅਫਸੋਸ ਕਰਨ, ਥੱਲੇ ਦਰੀ ਵਿਛਾਈ ਦੀ ਆ, ਉਹਨੂੰ ਤਿਆਰ ਕਰ ਰਹੇ ਆ। ਕੱਪੜਾ ਮੰਗਾਇਆ, ਕੱਪੜਾ ਇਸ ਕਰਕੇ ਮੰਗਾਇਆ, ਕੱਫਨ ਬਣਵਾਉਣ ਵਾਸਤੇ ਦਰਜੀ ਤੋਂ ਸਿਲਵਾ ਕੇ ਲਿਆਂਦਾ ਹੈ, ਜੋ ਆਖਰੀ ਸਮੇਂ ਮੁਰਦੇ ਦੇ ਵਸਤਰ ਪਾ ਕੇ ਭੇਜੇ ਜਾਂਦੇ ਆ। ਫਿਰ ਉਹ ਫੱਟਾ ਮੰਗਾਇਆ, ਸੀੜੀ ਜਿਹਨੂੰ ਅਸੀਂ ਕਹਿ ਦਿੰਦੇ ਹਾਂ, ਜਿਹਦੇ ਉੱਤੇ ਮੁਰਦੇ ਨੂੰ ਚੁੱਕ ਕੇ ਲੈ ਕੇ ਜਾਇਆ ਜਾਂਦਾ ਹੈ। ਇਹ ਸਭ ਕੁਝ ਭਾਈ ਭਿਖਾਰੀ ਦੇ ਘਰ ਪਿਆ। ਇਹ ਗੁਰਮੁਖ ਭਾਈ ਗੁਰਮੁਖ ਦੇਖ ਕੇ ਬੜਾ ਹੈਰਾਨ ਹੋਇਆ। ਇਸ ਨੇ ਭਾਈ ਭਿਖਾਰੀ ਨੂੰ ਆਖਿਆ, ਭਿਖਾਰੀ ਜੀ, ਇੱਕ ਪਾਸੇ ਆ ਵਿਆਹ ਦਾ ਸਾਰਾ ਸਮਾਗਮ ਹੈ, ਪ੍ਰੋਗਰਾਮ ਹੈ, ਦੂਜੇ ਪਾਸੇ ਆਹ ਸਮਾਨ ਰੱਖੀ ਬੈਠੇ ਹੋ ਘਰੇ, ਇਹ ਕੀ ਕਾਰਨ? ਭਾਈ ਭਿਖਾਰੀ ਜੀ ਨੇ ਆਖਿਆ, ਕੋਈ ਨਾ ਭਾਈ, ਤੈਨੂੰ ਦੱਸਾਂਗੇ ਜਦੋਂ ਸਮਾਂ ਆਏਗਾ, ਜਦੋਂ ਇਹਨਾਂ ਦੀ ਲੋੜ ਪਊਗੀ ਉਦੋਂ ਦੱਸੂਗਾ ਤੈਨੂੰ। ਇਹਨਾਂ ਦੀ ਲੋੜ ਪੈਣੀ ਹੈ, ਹਜੇ ਵਿਆਹ ਹੈ, ਕੱਲ੍ਹ ਨੂੰ ਤੂੰ ਵਿਆਹ ਦਾ ਆਨੰਦ ਮਾਣ। ਚਲੋ ਜੀ, ਅਗਲੇ ਦਿਨ ਪੁੱਤ ਦੀ ਬਰਾਤ ਚੜ੍ਹ ਗਈ। ਵਿਆਹ ਕਰਾ ਕੇ ਨੂੰਹ ਲੈ ਕੇ ਪੁੱਤ ਘਰੇ ਆ ਗਿਆ। ਘਰ ਵਿੱਚ ਖੁਸ਼ੀਆਂ ਮਨਾਈਆਂ। 2 ਕੁ ਦਿਨ ਲੰਘੇ। ਕਰਨੀ ਪਰਮੇਸ਼ਰ ਦੀ ਪੁੱਤਰ ਦੇ ਢਿੱਡ ਦੇ ਵਿੱਚ ਦਰਦ ਹੋ ਗਿਆ। ਸੂਲ ਉੱਠੀ। ਨੌਜਵਾਨ ਪੁੱਤਰ ਦਰਦ ਨਾ ਸਹਾਰ ਸਕਿਆ। ਉਹ ਦਰਦ ਦੇ ਰਾਹੀਂ ਸਾਧ ਸੰਗਤ ਦੀ ਮੌਤ ਹੋ ਗਈ। ਯਤਨ ਕੀਤਾ, ਵੈਦ ਸੱਦਿਆ, ਦਵਾਈ ਬੂਟੀ ਕੀਤੀ, ਪਰ ਕਿਸੇ ਕੰਮ ਨਾ ਆਈ। ਪੁੱਤਰ ਚੜ੍ਹਾਈ ਕਰ ਗਿਆ। ਭਾਈ ਭਿਖਾਰੀ ਨੇ ਛੇਤੀ ਦੇਣੇ ਉਹ ਸੀੜੀ ਲਿਆਂਦੀ ਜਿਹੜੀ ਘਰੇ ਹੀ ਪਈ ਸੀ, ਉੱਥੇ ਪੁੱਤਰ ਨੂੰ ਲਿਟਾਇਆ। ਲੱਕੜਾਂ ਸਨ, ਚਿਖਾ ਕਰ ਲਈ ਤਿਆਰ। ਪੁੱਤਰ ਦਾ ਸੰਸਕਾਰ ਕਰ ਦਿੱਤਾ, ਕਫਨ ਪਾ ਦਿੱਤਾ ਉਹ ਸਾਰਾ ਹੀ, ਅਤੇ ਉਹ ਜਿਹੜਾ ਪੱਲੜ ਸੀ ਉਹ ਥੱਲੇ ਸੁੱਟ ਦਿੱਤਾ। ਲੋਕ ਆ ਕੇ ਅਫਸੋਸ ਜ਼ਾਹਰ ਕਰਨ ਲੱਗ ਪਏ। ਭਾਈ ਭਿਖਾਰੀ ਜੀ ਕੋਲ ਲੋਕਾਚਾਰੀ ਸੀ ਜੋ ਲੋਕਾਂ ਦੀ, ਭਾਈ ਜੀ ਉਹਨਾਂ ਦੀਆਂ ਲੋਕਾਂ ਦੀਆਂ ਗੱਲਾਂ ਵੀ ਸੁਣਦੇ ਆ। ਇਹ ਸਭ ਕੁਝ ਵੇਖ ਕੇ ਜਿਹੜਾ ਗੁਰਮੁਖ ਨਾਮੇ ਸਿੱਖ ਸੀ ਨਾ, ਭਾਈ ਗੁਰਮੁਖ, ਜੋ ਅੰਮ੍ਰਿਤਸਰ ਸਾਹਿਬ ਤੋਂ ਗਿਆ ਸੀ, ਉਹ ਭਾਈ ਭਿਖਾਰੀ ਜੀ ਨੂੰ ਕਹਿਣ ਲੱਗਾ, ਭਾਈ ਜੀ, ਜਿਵੇਂ ਦੇ ਹਾਲਾਤ ਨੇ ਜਾਂ ਜੋ ਕੁਝ ਮੈਂ ਵੇਖਿਆ 2 ਦਿਨਾਂ 'ਚ, ਉਹ ਮੈਨੂੰ ਇਉਂ ਲੱਗਦਾ ਤੈਨੂੰ ਪਹਿਲਾਂ ਪਤਾ ਸੀ ਵੀ ਆਹ ਕੁਝ ਹੋਣਾ ਹੈ, ਕਿਉਂਕਿ ਤਿਆਰੀ ਪੂਰੀ ਕਰੀ ਬੈਠਾ ਸੀ ਤੂੰ। ਉਹ ਸਭ ਕੁਝ ਤੈਨੂੰ ਪਤਾ,
ਫਿਰ ਜੇ ਤੈਨੂੰ ਪਤਾ ਸੀ ਫਿਰ ਪੁੱਤਰ ਨੂੰ ਆਪਣੇ ਨੂੰ ਬਚਾਉਣ ਦਾ ਇੰਤਜ਼ਾਮ ਕਿਉਂ ਨਹੀਂ ਕੀਤਾ? ਜੇ ਤੂੰ ਨਹੀਂ ਸੀ ਪੁੱਤ ਨੂੰ ਜਿੰਦਾ ਰੱਖ ਸਕਦਾ, ਗੁਰੂ ਅਰਜਨ ਦੇਵ ਮਹਾਰਾਜ ਕੋਲ ਲੈ ਜਾਂਦਾ, ਗੁਰੂ ਜੀ ਅੱਗੇ ਬੇਨਤੀ ਕਰ ਦਿੰਦਾ। ਤੇਰੇ ਪੁੱਤਰ ਨੂੰ ਗੁਰੂ ਜੀ ਤਾਂ ਜੀਵਨ ਦੇ ਸਕਦੇ ਸੀ, ਤੂੰ ਨਹੀਂ ਜੇ ਦੇ ਸਕਦਾ ਸੀ। ਇਉਂ ਇਹਨੇ ਗੱਲ ਆਖੀ। ਅੱਗੋਂ ਭਾਈ ਭਿਖਾਰੀ ਜੀ ਨੇ ਆਖਿਆ, ਕਹਿਣ ਲੱਗੇ ਗੱਲ ਸੁਣ ਬਈ ਗੁਰਮੁਖਾ, ਗੱਲ ਇਹ ਹੈ ਜੇ ਗੁਰੂ ਜੀ ਤੋਂ ਮੰਗਦਾ, ਮੈਨੂੰ ਇਸ ਗੱਲ 'ਚ ਕੋਈ ਦੋ ਰਾਮਾ ਨਹੀਂ ਕਿ ਉਹ ਜ਼ਿੰਦਗੀ ਨਹੀਂ ਦੇ ਸਕਦੇ, ਦੇ ਸਕਦੇ ਆ, ਸ਼ੰਕਾ ਨਹੀਂ, ਪਰ ਇਹ ਗੁਰਮੁਖਾਂ ਦੀ ਰੀਤੀ ਨਹੀਂ ਹੈ, ਇਹ ਮਨਮੁਖਾਂ ਦੀ ਰੀਤ ਹੈ। ਅਸਲ 'ਤੇ ਜੋ ਪਰਮੇਸ਼ਰ ਕਰਦਾ ਹੈ ਉਹਨੂੰ ਭਾਣੇ ਨੂੰ ਸੱਤ ਕਰਕੇ ਮੰਨਣਾ। ਜੋ ਪਰਮੇਸ਼ਰ ਨੇ ਕੀਤਾ ਉਹਦੇ 'ਚ ਸ਼ੰਕਾ ਕਰਨੀ, ਯਤਨ ਕਰਨੇ ਮੇਟਣ ਦੇ, ਜਾਂ ਕਿਸੇ ਤਰੀਕੇ ਕਿ ਜਿਵੇਂ ਮੇਰੀ ਇੱਛਾ ਹੈ ਉੱਦਾਂ ਹੋ ਜਾਏ, ਪ੍ਰਭੂ ਦੀ ਇੱਛਾ ਦੇ ਉਲਟ ਜਾ ਕੇ ਜੇ ਕਸ਼ਟ ਆਵੇ, ਦੁੱਖ ਆਵੇ, ਉਹਨੂੰ ਮਿਟਣ ਦਾ ਯਤਨ ਕਰਨਾ, ਜਾਂ ਕੋਈ ਖੁਸ਼ੀ ਹੋਵੇ ਕਿਸੇ ਨੂੰ ਆਈ ਹੋਈ, ਉਹਦੀ ਖੁਸ਼ੀ ਦੂਰ ਕਰਨਾ, ਵੀ ਉਹਨੂੰ ਦੁੱਖ ਦੇਣਾ। ਇਹ ਪ੍ਰਭੂ ਦੇ ਪਿਆਰੇ ਇੱਦਾਂ ਨਹੀਂ ਕਰਦੇ। ਇਹ ਦਰਗਾਹ 'ਚ ਆਦਰ ਨਹੀਂ ਲੈਂਦੇ ਇੱਦਾਂ ਦੇ ਬੰਦੇ। ਕਿਹੜੇ ਕਸ਼ਟ ਆਏ ਕਰ ਸ਼ਕਤ ਹਰਾਵੈ, ਪਾਪ ਕਰੇ ਸੋ ਫਲ ਭੁਗਤਾਵੈ, ਹੋਏ ਸੁਖੀ ਕਹਿ ਸੰਕਟ ਦੇਤ, ਸੋ ਪੇ ਨਾ ਦਰਗਹਿ ਆਦਰ ਲੇਤ। ਇਉਂ ਭਾਈ ਭਿਖਾਰੀ ਜੀ ਨੇ ਇਸ ਗੁਰਸਿੱਖ ਨੂੰ ਗੁਰਮੁਖ ਦੀ ਅਵਸਥਾ ਦੱਸੀ ਹੈ। ਅੱਗੇ ਜੋ ਕੁਝ ਹੋਇਆ ਉਹ ਸਾਰਾ ਕੁਝ ਸ਼ਰਧਾ ਨਾਲ ਸਰਵਣ ਕਰੋ। ਹਾਜ਼ਰੀ ਲਵਾਉਂਦੇ ਹੋਏ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਫੇਰ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਜੇ ਮਹਿ ਪਦ ਕ੍ਰਿਤ ਮਹਿ ਦੇ ਦੋਸ਼ੂ, ਰਿਸੈ ਤਾਹੇ ਪਰ ਲਖੈ ਬੇਹੋਸ਼ੂ। ਕਹਿੰਦੇ ਜਿਹੜੇ ਬੰਦੇ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਦੀ ਕਿਰਤ ਵਿੱਚ ਦੋਸ਼ ਦੇਣ ਨਾ ਕਿ ਪਰਮੇਸ਼ਰ ਨੇ ਚੰਗਾ ਨਹੀਂ ਕੀਤਾ, ਬੜਾ ਗਲਤ ਕਰ ਦਿੱਤਾ, ਉਹ ਮੂਰਖ ਲੋਕ ਹਨ, ਉਹਨਾਂ ਨੂੰ ਹੋਸ਼ ਨਹੀਂ ਹੈ, ਉਹਨਾਂ ਦੇ ਸਿਰ 'ਤੇ ਦੋਸ਼ ਲੱਗਦਾ ਹੈ। ਹਿਮ ਅਲਪ ਅਗਿਆਨ ਕੀ ਕ੍ਰਿਤ ਮਾਹੀ, ਪ੍ਰਭ ਸਰਬ ਅਗਿਆ ਜਿਥੋ ਚਿਤ ਆਹੀ। ਕਹਿੰਦੇ ਭਾਈ ਇਹ ਅਲਪੱਗ ਜੀਵਾਂ ਦੀ ਕਿਰਤ ਹੈ ਕਿ ਰੋਕਣਾ, ਰੋਣਾ, ਪਿੱਟਣਾ, ਗਿਲੇ ਸ਼ਿਕਵੇ ਕਰਨੇ। ਪ੍ਰਭ ਤਾਂ ਸਰਬੱਗ ਹੈ, ਉਹ ਜਥੋਚਿਤ ਚਾਹੀ, ਜੋ ਕੁਝ ਕਰਦਾ ਠੀਕ ਹੈ ਕਰਦਾ, ਇਹ ਜਾਣਨਾ ਕਰੋ। ਬਿਨਾ ਕਰਮ ਸੁਖ ਦੁਖ ਨਹਿ ਦੇਤ, ਭੁਗਤਹਿ ਸੋਏ ਜੇ ਬੀਜਹਿ ਖੇਤ। ਉਹ ਰੱਬ ਨੂੰ ਕਿਸੇ ਨਾਲ ਵੈਰ ਵਿਰੋਧ ਥੋੜ੍ਹਾ, ਪਰਮਾਤਮਾ ਨੂੰ। ਜੀਵ ਉਹੀ ਭੋਗਦਾ ਹੈ ਜੋ ਇਹਨੇ ਬੀਜਿਆ ਹੁੰਦਾ। ਭਗਤਾਂ ਦੀ ਬਾਣੀ ਵਿੱਚ ਆਉਂਦਾ, ਭਗਤ ਜੀ ਦੀ ਪਤਨੀ ਤ੍ਰਿਲੋਚਨ ਜੀ ਦੀ ਕੋਈ ਦੁੱਖ ਆ ਗਿਆ, ਪ੍ਰਭੂ ਨੂੰ ਦੋਸ਼ ਦੇਣ ਲੱਗ ਪਈ, ਪਰਮਾਤਮਾ ਨੇ ਆਹ ਕਰ ਦਿੱਤਾ, ਆਹ ਕਰ ਦਿੱਤਾ। ਭਗਤ ਜੀ ਨੇ ਆਖਿਆ ਨਹੀਂ, ਗਲਤ ਗੱਲ ਹੈ। ਬਾਣੀ 'ਚ ਸ਼ਬਦ ਆਉਂਦਾ, ਨਾਰਾਇਣ ਨਿੰਦਸ ਕਾਏ ਭੂਲੀ ਗਾਵਾਰੀ, ਦੁਕ੍ਰਿਤ ਸੁਕ੍ਰਿਤ ਥਾਰੋ ਕਰਮਰੀ। ਇਹ ਭੁੱਲੀ ਹੋਈ ਗਾਵਾਰ ਵੇ ਸਮਝ, ਨਾਰਾਇਣ ਪਰਮਾਤਮਾ ਨੂੰ ਨਾ ਨਿੰਦ। ਕਹਿੰਦੀ ਜੀ ਕਿਉਂ ਨਾ ਨਿੰਦਾ, ਉਹਨੇ ਕੀਤਾ। ਕਹਿੰਦੇ ਉਹਨਾਂ ਨੇ ਨਹੀਂ, ਉਹਨਾਂ ਨੇ ਤਾਂ ਫਲ ਭੁਗਤਾਇਆ ਵਿਧਾਨ ਦੇ ਅਨੁਸਾਰ। ਬੀਜਿਆ ਤੈਂ ਸੀ, ਤੈਂ ਕੀਤਾ ਸੀ, ਤੈਂ ਮੰਗ ਮੰਗੀ ਸੀ ਆਪਣੇ ਕਰਮ ਦੇ ਰਾਹੀਂ। ਅਸੀਂ ਕਈ ਵਾਰੀ ਸੋਚਦੇ ਹਾਂ ਮੈਂ ਮੰਗਦਾ ਜੋ ਖੌਰੇ ਮੈਂ ਕੋਈ ਚਿੱਠੀ ਲਿਖ ਕੇ ਪਾਊਂਗਾ ਤਾਂ ਮੈਨੂੰ ਚੀਜ਼ ਮਿਲੇਗੀ, ਜਾਂ ਜ਼ੁਬਾਨੋਂ ਮੈਂ ਮੰਗੂੰਗਾ ਤਾਂ ਮੈਨੂੰ ਚੀਜ਼ ਮਿਲੇਗੀ। ਨਾ, ਤੁਹਾਡੀ ਮੰਗ ਤੁਹਾਡਾ ਕਰਮ ਹੈ।
ਜੋ ਤੁਸੀਂ ਕਰਮ ਅੱਜ ਕਰ ਰਹੇ ਹੋ ਉਹ ਤੁਹਾਨੂੰ ਮਿਲੇਗਾ। ਚੰਗੇ ਕੰਮ ਕਰ ਰਹੇ ਹੋ ਚੰਗਾ ਮਿਲ ਜਾਏਗਾ, ਬੁਰਾ ਕਰਮ ਕਰ ਰਹੇ ਹੋ ਬੁਰਾ ਮਿਲ ਜਾਏਗਾ। ਪਰਮੇਸ਼ਰ ਵਾਹਿਗੁਰੂ ਪਰਮਾਤਮਾ ਕਿਸੇ ਨਾਲ ਦੁਆਇਸ਼ ਨਹੀਂ ਕਰਦਾ, ਈਰਖਾ ਨਹੀਂ ਕਰਦਾ। ਉਹ ਬੰਦੇ ਦੇ ਕੀਤੇ ਕਰਮ ਹੈ ਨਾ, ਉਹਦੇ ਅਨੁਸਾਰ ਉਹਨੇ ਵਿਧੀ ਲਿਖ ਛੱਡੀ ਹੈ ਕਿ ਜੋ ਜੈਸੇ ਬੀਜ ਬੀਜਦਾ ਇਹਦੇ ਅੱਗੇ ਲਿਆਈ ਚੱਲੋ। ਚੰਗੇ ਬੀਜਦਾ ਇਹਨੂੰ ਚੰਗੇ ਦੇ ਦਿਓ, ਮਾੜੇ ਬੀਜੇ ਤਾਂ ਮਾੜੇ ਅੱਗੇ ਆਉਣਗੇ। ਇਵੇਂ ਵਿਚਾਰ ਜਿਸ ਕੇ ਪੁਰ ਹੋਏ, ਪ੍ਰਭ ਕ੍ਰਿਤ ਪਰ ਨਿਤ ਹਰਖੈ ਸੋਏ। ਭਾਈ ਜਿਸ ਬੰਦੇ ਨੂੰ ਇਹ ਗੱਲ ਦੀ ਸਮਝ ਲੱਗ ਜਾਏ ਨਾ ਕਿ ਮੈਂ ਹੀ ਬੀਜਿਆ ਹੋਣਾ ਇਹ, ਤੇ ਫਿਰ ਉਹ ਬੰਦਾ ਪ੍ਰਭੂ ਦੇ ਕੀਤੇ ਕਾਰਜ ਵਿੱਚ ਹਮੇਸ਼ਾ ਸੁਖੀ ਰਹਿੰਦਾ ਹੈ, ਖੁਸ਼ ਰਹਿੰਦਾ ਹੈ। ਜਿਸ ਕੋ ਸਨਮੁਖ ਕਹੈ ਜੋ ਸੰਤ, ਤਰਕਹਿ ਮਨਮੁਖ ਦੁਖ ਲਹਿ ਅੰਤ। ਜਿਹੜੇ ਅਕਾਲ ਪੁਰਖ ਵਾਹਿਗੁਰੂ ਦੇ ਸਨਮੁਖ ਉਹਦੀ ਹਜ਼ੂਰੀ 'ਚ ਰਹਿੰਦੇ ਨੇ ਉਹ ਸੰਤ ਹਨ। ਜਿਹੜੇ ਤਰਕਾਂ ਵਿੱਚ ਪੈਂਦੇ ਉਹਨਾਂ ਨੂੰ ਮਨਮੁਖ ਕਿਹਾ ਜਾਂਦਾ ਹੈ। ਫਰਕ ਇੰਨਾ ਹੀ ਹੈ। ਜਿਹੜੇ ਪ੍ਰਭੂ ਪਰਮਾਤਮਾ ਵਾਹਿਗੁਰੂ ਦੀ ਰਜ਼ਾ ਦੇ ਉਲਟ ਚੱਲਦੇ ਹਨ ਉਹਨਾਂ ਨੂੰ ਇਹ ਮਨਮੁਖ ਆਖਿਆ ਜਾਂਦਾ ਹੈ। ਸਤਿਗੁਰ ਤੇ ਨਿਤ ਜਾਚੀਏ ਐਸੇ, ਪ੍ਰਭ ਕ੍ਰਿਤ ਪਰ ਆਨੰਦ ਲਹਿ ਜੈਸੇ। ਗੁਰੂ ਜੀ ਦੇ ਪਿਆਰੇ ਸਿੱਖ ਭਾਈ ਭਿਖਾਰੀ ਨੇ ਆਖਿਆ, ਭਾਈ ਗੁਰਸਿੱਖਾ ਗੁਰੂ ਤੋਂ ਮੰਗੀਏ ਇਹ ਚੀਜ਼, ਗੁਰੂ ਅੱਗੇ ਮੰਗ ਰੱਖੀਏ ਕਿ ਮਹਾਰਾਜ ਮੈਨੂੰ ਆਪਣੇ ਭਾਣੇ ਵਿੱਚ ਰਹਿਣ ਦੀ ਜਾਚ ਸਿਖਾਓ, ਮੇਰੀ ਝੋਲੀ ਤੁਹਾਡਾ ਹੁਕਮ ਮੰਨਣ ਦੀ ਸਿੱਖਿਆ ਪਾ ਦਿਓ, ਮੈਨੂੰ ਮੱਤ ਬਖਸ਼ ਦਿਓ ਕਿ ਤੁਹਾਡੇ ਹੁਕਮ ਤੋਂ ਬਾਹਰ ਨਾ ਜਾਵਾਂ। ਨਾਸ਼ਵੰਤ ਦ੍ਰਿਸ਼ਮਾਨ ਪਦਾਰਥ, ਇਨ ਲਗ ਜਨਮ ਨ ਖੋਏ ਅਕਾਰਥ। ਇਹ ਜਿੰਨੇ ਵੀ ਪਦਾਰਥ ਦਿਖ ਰਹੇ ਹੈ ਤੇ ਨਾਸ਼ਵੰਤ ਹੈ, ਇਹਨਾਂ 'ਚ ਲੱਗ ਕੇ ਕਦੇ ਵੀ ਆਪਣਾ ਜੀਵਨ ਵਿਅਰਥ ਨਹੀਂ ਗਵਾਉਣਾ ਚਾਹੀਦਾ। ਮਾਮ ਸੁਤ ਨੁਖਾ ਕਰਮ ਜਿਮ ਕੀਨ, ਸੋਭ ਸੁਨਹੁ ਕਰ ਸੰਸੈਹੀਨ। ਇਹਨੇ ਅੱਗੋਂ ਆਖਿਆ ਗੁਰਮੁਖ ਨੇ ਕਿ ਭਾਈ ਭਿਖਾਰੀ ਜੀ ਫਿਰ ਤੁਹਾਡੀ ਨੂੰਹ ਨੇ ਇਹੋ ਜਿਹਾ ਕਿਹੜਾ ਬੁਰਾ ਕਰਮ ਕਰ ਲਿਆ ਜਿਹੜੀ 2 ਦਿਨ ਹੀ ਸੁਹਾਗਵੰਤੀ ਰਹੀ ਤੇ ਆਖਰ ਇਹਦਾ ਪਤੀ ਚੜ੍ਹਾਈ ਕਰ ਗਿਆ। ਭਾਈ ਭਿਖਾਰੀ ਨੇ ਆਖਿਆ ਦੱਸਦਾ ਹਾਂ ਮੈਂ ਤੈਨੂੰ ਭਾਈ ਗੁਰਮੁਖਾ, ਇਹਦਾ ਕਰਮ ਕੀ ਸੀ। ਤਪਸੀ ਹੁਦੋ ਪ੍ਰਥਮ ਕੇ ਜਨਮਾ, ਪੁਰਤੇ ਜਾਜ ਖਾਏ ਰਹਿ ਬਨਮਾ। ਜਿਹੜਾ ਮੇਰਾ ਪੁੱਤਰ ਸੀ ਨਾ, ਇਹ ਪਿਛਲੇ ਜਨਮ ਵਿੱਚ ਇੱਕ ਸਾਧੂ ਸੀ, ਤਪੱਸਵੀ ਸੀ। ਇਹ ਜੰਗਲ ਵਿੱਚ ਰਹਿੰਦਾ ਸੀ, ਆਪਣਾ ਸਮਾਂ ਬਤੀਤ ਕਰਦਾ ਸੀ, ਪਰ ਸਵੇਰੇ ਸ਼ਾਮ ਦੋਵੇਂ ਟਾਈਮ ਨਗਰ ਵਿੱਚ ਪਿੰਡ ਵਿੱਚ ਆਉਂਦਾ ਸੀ, ਮੰਗ ਕੇ ਖਾਂਦਾ ਸੀ। ਲੋਕਾਂ ਦੇ ਕੋਲੋਂ ਭਿਕਸ਼ਾ ਲੈ ਲੈਣੀ, ਕਿਸੇ ਨੇ ਜੋ ਵੀ ਕੋਈ ਪਾ ਦੇਣਾ ਮਾੜਾ ਮੋਟਾ ਲੈ ਕੇ ਉਹਦੇ ਆਸਰੇ ਗੁਜ਼ਾਰਾ ਕਰਦਾ ਸੀ ਤੇ ਆਪਣੇ ਜੰਗਲ ਵਿੱਚ ਬਹਿ ਕੇ ਰੱਬ ਰੱਬ ਕਰਦਾ ਸੀ। ਤਪ ਕਰ ਪਰਮੇਸ਼ਰ ਆਰਾਧੇ, ਮਹਾ ਜਤਨ ਤੇ ਇੰਦਰੀਏ ਸਾਧੇ। ਕਿਉਂਕਿ ਉਹਨਾਂ ਟਾਈਮਾਂ ਵਿੱਚ ਇਸ ਤਰ੍ਹਾਂ ਦੀ ਸਿੱਖਿਆ ਸੀ। ਗੁਰੂ ਨਾਨਕ ਦੀ ਸਿੱਖਿਆ ਉਦੋਂ ਨਹੀਂ ਸੀ ਹੁੰਦੀ। ਉਦੋਂ ਦੇ ਜਿਹੜੇ ਸਤਿਗੁਰੂ ਹੁੰਦੇ ਸਨ ਜਾਂ ਮਹਾਤਮਾ ਹੁੰਦੇ ਸਨ, ਉਹ ਲੋਕਾਂ ਨੂੰ ਜ਼ਿਆਦਾ ਹੀ ਪ੍ਰੇਰਨਾ ਦਿਆ ਕਰਦੇ ਕਿ ਭਗਤੀ ਘਰ-ਬਾਰ ਛੱਡ ਕੇ ਹੋ ਸਕਦੀ ਹੈ, ਜੰਗਲਾਂ ਵਿੱਚ ਰਹਿ ਕੇ ਹੋ ਸਕਦੀ ਹੈ। ਅਤੇ ਉਹਦੇ ਅਨੁਸਾਰ ਇਹ ਨੌਜਵਾਨ ਵੀ ਜੰਗਲਾਂ ਵਿੱਚ ਰਹਿ ਕੇ ਹੀ ਤਪ ਕਰਦਾ ਸੀ, ਪਰਮੇਸ਼ਰ ਦੀ ਆਰਾਧਨਾ ਕਰਦਾ ਸੀ, ਆਪਣੇ ਇੰਦਰੀਆਂ ਨੂੰ ਬੁਰਾਈਆਂ ਤੋਂ ਰੋਕਦਾ ਸੀ, ਨੇਤਰਾਂ ਨੂੰ ਮਾੜਾ ਦੇਖਣ ਤੋਂ, ਕੰਨਾਂ ਨੂੰ ਚੁਗਲੀ ਨਿੰਦਿਆ ਸੁਣਨ ਤੋਂ, ਜੀਭ ਤੋਂ ਝੂਠ ਬੋਲਣ ਤੋਂ, ਫਾਲਤੂ ਬੋਲਣਾ, ਕੌੜਾ ਬੋਲਣਾ, ਇਹ ਜੀਭ ਦੇ ਦੋਸ਼ ਨੇ। ਇੱਦਾਂ ਇਹ ਤਪੱਸਵੀ ਆਪਣੀ ਸਾਧਨ ਵਿੱਚ ਲੱਗਿਆ ਹੋਇਆ ਸੀ। ਇੱਕ ਦਿਨ ਪੁਰ ਤੇ ਚਲਿਓ ਅਕਾਈ, ਬਾਰ ਬਧੂ ਲੱਖ ਰੂਪ ਲੁਭਾਈ। ਕਹਿੰਦਾ ਇੱਕ ਦਿਨ ਜੰਗਲ ਦੇ ਵਿੱਚੋਂ ਇਹ ਭਿਕਸ਼ਾ ਲੈਣ ਵਾਸਤੇ ਆਇਆ। ਜੰਗਲ ਵਿੱਚ ਆਇਆ ਅਤੇ ਹੋਇਆ ਕਿ ਜਿਸ ਘਰ ਵਿੱਚ ਗਿਆ ਉੱਥੇ ਇਹ ਜਿਹੜੀ ਨੂੰਹ ਹੈ ਮੇਰੀ ਬਣੀ ਹੁਣ, ਇਹ ਉਹ ਘਰ ਦੀ ਮਾਲਕਣ ਸੀ।
ਤਪਸੀ ਦੇਖਤ ਮਨ ਬਿਰਮਾਇਓ, ਹਟ ਕਰ ਮਿਲਿਓ ਨਾ ਬਨ ਗਮਨਾਇਓ। ਇਹਦੇ ਮਨ ਵਿੱਚ ਚਾਹਨਾ ਪੈਦਾ ਹੋਈ ਲੜਕੀ ਦੇ ਕਿ ਇਹਦੀ ਪ੍ਰਾਪਤੀ ਮੈਨੂੰ ਹੋ ਜਾਏ, ਤਪਸਵੀ ਦੀ। ਮਨ ਦੇ ਵਿੱਚ ਵਾਸ਼ਨਾ ਫੁਰੀ, ਇੱਦਾਂ ਇਹਦੇ ਮਨ ਵਿੱਚ ਕਹਿ ਲਓ ਕਿ ਬੜੀ ਮਲੀਨ ਵਾਸ਼ਨਾ ਆਈ। ਕਾਲ ਕਿਰਿਆ ਐਸੀ ਤਹ ਭਈ, ਦੁਹੂ ਦੇਹ ਸਿਮਰਤ ਛੁਟ ਗਈ। ਪਰ ਹੋਇਆ ਇਹਨਾਂ ਦਾ ਮਿਲਾਪ ਨਾ ਹੋ ਸਕਿਆ। ਇੱਛਾ ਤਾਂ ਜਾਗੀ, ਫੁਰਨਾ ਤਾਂ ਬਣਿਆ ਆ, ਪਰ ਕੁਝ ਹਾਲਾਤ ਐਸੇ ਸਨ। ਉੱਧਰੋਂ ਤਪਸਵੀ ਸੀ, ਉਹ ਨਗਰ ਦੇ ਵਿੱਚ ਆਪਣੇ ਰਹਿੰਦੀ ਸੀ, ਅਸੰਭਵ ਸੀ ਉਸ ਸਮੇਂ ਦਾ। ਜੇ ਹਾਲਾਤ ਸਨ ਉਹ ਮੇਲ ਨਹੀਂ ਸੀ ਹੋਣ ਦੇ ਸਕਦੇ। ਸਮਾਂ ਪਾ ਕੇ ਦੋਵੇਂ ਹੀ ਸਰੀਰ ਛੱਡ ਗਏ, ਉੱਧਰੋਂ ਲੜਕੀ ਵੀ, ਉੱਧਰੋਂ ਤਪਸਵੀ ਵੀ। ਤਪ ਫਲ ਤੇ ਇਹ ਮਨ ਸੁਖ ਹੋਵਾ, ਸਿਮਰ ਪ੍ਰਭੂ ਕੋ ਸੰਕਟ ਹੋਵਾ। ਕਹਿੰਦਾ ਇਹ ਤਪਸਵੀ ਤਪ ਕਰਦਾ ਸੀ। ਇਹਦੇ ਤਪ ਨੇ ਇਹਨੂੰ ਗੁਰੂ ਨਾਨਕ ਦੇ ਘਰ 'ਚ ਜਨਮ ਦੇ ਦਿੱਤਾ। ਮੇਰੇ ਘਰ ਪੁੱਤਰ ਬਣ ਕੇ ਆ ਗਿਆ। ਭਿਖਾਰੀ ਜੀ ਨੇ ਆਖਿਆ, ਬਾਹਰ ਮੁਖਾ ਇਹ ਲੁਖਾ ਭਈ ਹੈ, ਤਪਸੀ ਰਤ ਤੇ ਸੁਮਤ ਲਈ ਹੈ। ਕਹਿੰਦੇ ਇਹ ਜਿਹੜੀ ਲੜਕੀ ਸੀ, ਇਹ ਮੇਰੀ ਨੂੰਹ ਬਣ ਕੇ ਆਈ। ਉਹ ਲੜਕੀ ਇਹਦੀ ਜਿੰਨਾ ਚਿਰ ਜਿਉਂਦੀ ਰਹੀ, ਇੱਕ ਤਪਸਵੀ ਸਾਧੂ ਦੇ ਨਾਲ ਇਹਦਾ ਸਨੇਹ ਰਿਹਾ, ਨਹੀਂ ਰਿਹਾ। ਇਸ ਕਰਕੇ ਇਹਨੂੰ ਸਾਰੀ ਗੱਲ ਯਾਦ ਹੈ, ਭੁੱਲੀ ਨਹੀਂ ਇਹ। ਇਹਨੂੰ ਪਤਾ ਹੈ ਸਾਰੀ ਗੱਲ ਦਾ। ਸਿੱਖ ਸੰਗਤ ਕੀ ਸੇਵ ਕਮਾਵੈ, ਅੰਤ ਵਿਖੈ ਉੱਤਮ ਪਦ ਪਾਵੈ। ਇਹਦੀ ਇੱਛਾ ਵੀ ਪੂਰੀ ਹੋ ਗਈ। ਇੱਕ ਤਪਸਵੀ ਦੇ ਨਾਲ ਇਹਨੇ ਨੇਹ ਲਾਇਆ, ਉਹਦੇ ਕਰਕੇ ਇਹਨੂੰ ਇਹ ਬਖਸ਼ਿਸ਼ ਵੀ ਮਿਲੀ। ਹੁਣ ਇਹਨੂੰ ਸਾਰੀ ਗੱਲ ਦੀ ਸਮਝ ਹੈ, ਕੋਈ ਅਣਜਾਣ ਨਹੀਂ ਹੈ। ਤਦੇ ਨਹੀਂ ਇਹ ਵਿਰਲਾਪ ਕਰ ਰਹੀ, ਤਦੇ ਨਹੀਂ ਰੋ ਰਹੀ, ਚੁੱਪ ਕੀਤੀ ਬੈਠੀ ਹੈ। ਇਹਨੂੰ ਇਹ ਪਿਛਲੇ ਜਨਮ ਦੀ ਸਾਰੀ ਗੱਲ ਯਾਦ ਹੈ ਵੀ ਇੱਕ ਵਾਰ ਫੁਰਨਾ ਆਇਆ ਮਨ ਵਿੱਚ, ਉਹ ਫੁਰਨੇ ਨੇ ਇੱਥੇ ਤੱਕ ਘੁਮਾ ਦਿੱਤਾ, ਅਗਲਾ ਜਨਮ ਕਰਾ ਦਿੱਤਾ। ਅਗਲੇ ਜਨਮ 'ਚ ਫੇਰ ਮੇਲ ਹੋ ਗਏ, ਹੁਣ ਫੇਰ ਵਿਛੜ ਗਏ। ਪੁੱਤਰ ਦੇ ਕਰਮ ਪੂਰੇ ਹੋ ਗਏ, ਉਹਦੀ ਜੀਵਨ ਮੁਕਤੀ ਹੋ ਗਈ। ਇੰਨੀ ਇੱਛਾ ਰਹਿੰਦੀ ਸੀ, ਉਹ ਇੱਛਾ ਪੂਰੀ ਹੋ ਗਈ, ਜੀਵਨ ਮੁਕਤ ਹੋ ਕੇ ਚਲਾ ਗਿਆ। ਤੇ ਇਹ ਲੜਕੀ ਦੇ ਹਜੇ ਕਰਮ ਰਹਿੰਦੇ ਆ, ਇਹਦੇ ਕਰਮ ਹਜੇ ਪੂਰੇ ਹੋਣਗੇ, ਪਰ ਇਹ ਗੁਰਸਿੱਖਾਂ ਦੀ ਸੇਵਾ ਕਰੇਗੀ ਜੀਵਨ ਵਿੱਚ। ਹੁਣ ਗੁਰਸਿੱਖੀ ਕਮਾਏਗੀ, ਤੇ ਗੁਰਸਿੱਖੀ ਕਮਾਏਗੀ, ਜੀਵਨ ਨੂੰ ਸਾਧੇਗੀ, ਤੇ ਜਿਉਂ-ਜਿਉਂ ਜੀਵਨ ਨੂੰ ਸਾਧੇਗੀ ਇਹਦੇ ਕਰਮ ਵੀ ਉੱਚੇ ਹੋ ਜਾਣਗੇ, ਤੇ ਇਹਦਾ ਵੀ ਇਉਂ ਛੁਟਕਾਰਾ ਹੋ ਜਾਵੇਗਾ। ਤਾਤੇ ਭੋ ਗੁਰਮੁਖ ਸੁਨ ਲੀਜੈ, ਭਾਣਾ ਮਾਨਨ ਮਨ ਥਿਰ ਕੀਜੈ। ਇਸ ਕਰਕੇ ਭਾਈ ਗੁਰਮੁਖ, ਮੈਨੂੰ ਦੋਵਾਂ ਬਾਰੇ ਪਤਾ ਹੈ। ਮੈਨੂੰ ਲੜਕੀ ਬਾਰੇ ਵੀ ਪਤਾ ਹੈ, ਉਹ ਮੇਰੇ ਪੁੱਤਰ ਦੇ ਵੀ ਰੂਪ ਵਿੱਚ ਆਏ, ਪਿਛਲੇ ਜਨਮ ਦੇ ਤਪਸਵੀ ਬਾਰੇ ਵੀ ਪਤਾ ਹੈ। ਹੁਣ ਮੈਂ ਕੀ ਕਹਾਂ, ਉਹਨੂੰ ਪੁੱਤਰ ਆਖਾਂ, ਤਪਸਵੀ ਆਖਾਂ, ਇਹਨੂੰ ਆਪਣੀ ਨੂੰਹ ਆਖਾਂ, ਜਾਂ ਇਹ ਉਹ ਪਿਛਲੇ ਜਨਮ ਦੀ ਲੜਕੀ ਦੇਖਾਂ, ਜਾਂ ਉਦੋਂ ਪਿਛਲੇ ਜਨਮ ਦੇ ਇਹਨਾਂ ਦੇ ਕਰਮ ਦੇਖਾਂ। ਇਸ ਲਈ ਹੇ ਗੁਰਮੁਖ ਭਰਾ, ਤੇ ਇਹ ਗੱਲ ਹੈ ਕਿ ਦੁਬਾਰਾ ਪੜ੍ਹ ਦਿਓ। ਤਾਤੇ ਭੋ ਗੁਰਮੁਖ ਸੁਨ ਲੀਜੈ, ਭਾਣਾ ਮਾਨਨ ਮਨ ਥਿਰ ਕੀਜੈ। ਅਸਲ ਤੇ ਭਾਣਾ ਮੰਨਣਾ, ਪ੍ਰਭੂ ਦੇ ਹੁਕਮ 'ਚ ਮਨ ਟਿਕਾਉਣਾ ਹੀ ਚੰਗੀ ਗੱਲ ਹੈ। ਕਈ ਗੱਲਾਂ ਦਾ ਸਾਨੂੰ ਕਹਿਣ ਲੱਗੇ ਪਤਾ ਨਹੀਂ ਹੁੰਦਾ। ਭਾਈ ਭਿਖਾਰੀ ਜੀ ਕਹਿੰਦੇ, ਜਦੋਂ ਕਿਸੇ ਗੱਲ ਦਾ ਪੂਰਾ ਪਤਾ ਨਾ ਹੋਵੇ, ਸਮਝ ਨਾ ਹੋਵੇ, ਫਿਰ ਬੰਦਾ ਉਦੋਂ ਜ਼ਿਆਦਾ ਪਰੇਸ਼ਾਨ ਹੁੰਦਾ, ਦੁਖੀ ਹੁੰਦਾ। ਜਦੋਂ ਕੋਈ ਗੱਲ ਸਾਹਮਣੇ ਹੋਵੇ, ਸਾਫ਼ ਹੋਵੇ, ਫਿਰ ਉਹਦਾ ਬਹੁਤਾ ਦੁੱਖ ਨਹੀਂ ਹੋਇਆ ਕਰਦਾ। ਸਤਨਾਮ ਕੋ ਸਿਮਰਨ ਕਰਨੋ, ਤਨ ਹੰਤਾ ਕੋ ਹਿਰਦੈ ਬਿਸਰਨੋ। ਕਹਿੰਦੇ ਅਸਲ ਤੇ ਬੰਦੇ ਨੂੰ ਸਤਨਾਮ ਦਾ ਸਿਮਰਨ ਕਰਨਾ ਚਾਹੀਦਾ ਇਸ ਜੀਵਨ ਨੂੰ ਪਾ ਕੇ। ਇਹ ਜੀਵਨ ਜਿਹੜਾ ਮਿਲਿਆ ਬਹੁਤ ਕੀਮਤੀ ਹੈ, ਬੜਾ ਹੀ ਕੀਮਤੀ ਆ। ਅੱਜੇ ਮੈਂ ਆਪਣੇ ਨਾਲ ਦੇ ਸਿੰਘ ਨੂੰ ਆਖਿਆ, ਮੈਂ ਕਿਹਾ ਬਈ ਦੇਖ, ਇਹ ਮਨੁੱਖੀ ਸਰੀਰ ਦੀ ਕੋਈ ਕੀਮਤ ਕਿਸੇ ਨੇ ਦਿੱਤੀ ਹੋਵੇ? ਮਾਰ ਮਿਹਨਤ ਕਰ। ਇਹਨੇ ਦੇਖਿਆ, ਸਿੰਘ ਨੇ ਗੂਗਲ ਦੇ ਉੱਤੇ ਲੱਗ ਗਿਆ ਸਰਚ ਕਰਨ। ਅਪੋਲੋ ਵਾਲਿਆਂ ਨੇ ਇੱਕ ਪੂਰੀ ਦੀ ਪੂਰੀ ਇੱਕ ਟੀਮ ਹੈ, ਇਹਨਾਂ ਦੀ ਇੰਸਟੀਚਿਊਟ ਬਣਿਆ ਹੋਇਆ ਹੈ, ਹੌਸਪੀਟਲ ਨੇ, ਦਵਾਈਆਂ ਬੜੀਆਂ ਸਾਰੀਆਂ ਨੇ।
ਉਹਨਾਂ ਨੇ ਦੱਸੀ ਆ ਕੀਮਤ ਇਹਦੀ। ਜਣੀ ਇੰਨੀ ਲਾ ਲਓ ਕਿ ਤੁਸੀਂ ਜ਼ੀਰੋਆਂ ਗਿਣਦੇ ਗਿਣਦੇ ਥੱਕ ਜਾਓਗੇ। ਜੇ ਆਪਾਂ ਇਉਂ ਲਾਈਏ ਕਿ ਇੱਕ ਦਿਨ ਦੀ, ਜੇ ਇੱਕ ਦਿਨ ਦੀ ਕੀਮਤ ਲਾਈਏ ਤੇ ਕਈ ਲੱਖ ਡਾਲਰ ਬਣ ਜਾਂਦੀ ਹੈ ਇੱਕ ਦਿਨ ਦੀ। 70 ਸਾਲ ਦੀ ਉਮਰ ਲਾਈਏ ਜੇ 70 ਸਾਲ ਦੀ ਉਮਰ ਬੰਦੇ ਦੀ ਲਾਈਏ ਤੇ ਕਈ ਲੱਖ ਡਾਲਰ ਇੱਕ ਦਿਨ ਦੀ। ਉਹਦੇ ਚੋਂ ਆਪਾਂ ਜੇ ਕੱਢ ਕੇ ਲਾਈਏ ਵੀ ਇੰਨੀ ਕੀਮਤ ਬਣ ਗਈ ਸਰੀਰ ਦੀ, ਤੇ ਘੱਟੋ ਘੱਟ ਕਈ ਲੱਖ ਡਾਲਰ ਇੱਕ ਦਿਨ 'ਚ ਚਲੇ ਜਾਂਦੇ ਆ। ਤੇ ਕੋਈ ਸੌਖੀ ਚੀਜ਼ ਹੈ, ਸਸਤੀ ਚੀਜ਼ ਹੈ ਇਹ? ਉਹ ਮੈਨੂੰ ਸਿੰਘ ਦੱਸ ਰਿਹਾ ਸੀ ਅੱਜ ਪੜ੍ਹਦਿਆਂ ਕਹਿੰਦਾ ਜੀ ਦਿਮਾਗ ਦੀ ਕੰਪੈਸਿਟੀ ਇੰਨੀ ਦੱਸੀ ਆ ਉਹਨੇ ਵੀ ਜੇ ਬੰਦਾ ਜਣੀ ਵੀ 70 ਸਾਲਾਂ 'ਚ ਦਿਮਾਗ ਦੇ ਵਿੱਚ ਇੰਨਾ ਕੁਝ ਸਟੋਰ ਕਰਦਾ ਹੈ, ਇੰਨਾ ਕੁਝ ਕਿ ਜੇ ਇਨਸਾਈਕਲੋਪੀਡੀਆ, ਜਿਹਨੂੰ ਆਪਾਂ ਡਿਕਸ਼ਨਰੀਆਂ ਕਹਿੰਦੇ ਹਾਂ, ਜੇ ਡਿਕਸ਼ਨਰੀਆਂ ਰੱਖਣ ਲੱਗ ਜਾਈਏ ਅਸਮਾਨ ਤੱਕ, 450 ਮੀਲ ਤੱਕ ਡਿਕਸ਼ਨਰੀਆਂ ਦਾ ਐਂ ਕਹਿ ਲਓ ਕਿ ਉੱਚੀਆਂ ਚਲੀਆਂ ਜਾਣਗੀਆਂ, ਢੇਰ ਲੱਗ ਜਾਏਗਾ ਜਿੰਨੀਆਂ ਦਿਮਾਗ ਦੇ ਵਿੱਚ 70 ਸਾਲਾਂ ਦੇ ਵਿੱਚ ਫਾਈਲਾਂ ਲੋਡ ਹੋ ਜਾਂਦੀਆਂ ਨੇ। ਦੇਖ ਲਓ ਤੁਸੀਂ ਕਿੱਡਾ ਵੱਡਾ। ਕਹਿੰਦਾ ਇੱਕ ਜੀਵਨ 'ਚ ਬੰਦਾ 70 ਸਾਲਾਂ ਦੇ ਵਿੱਚ ਇੱਕ ਦਿਲ ਬੰਦੇ ਦਾ ਹਾਰਟ ਇੰਨੇ ਖੂਨ ਨੂੰ ਪੰਪ ਕਰ ਦਿੰਦਾ ਹੈ, ਇੰਨੇ ਨੂੰ। ਜਿਵੇਂ ਚੰਦਰਮਾ 'ਤੇ ਜਾਣ ਦੇ ਲਈ ਉਹ ਜਿਹੜੇ ਯਾਨ ਵਰਤਦੇ ਆ ਨਾ, ਉਹਨਾਂ ਨੂੰ ਜੇ 40 ਵਾਰ ਇੱਕ ਤੋਂ ਥੱਲੇ ਉੱਤੇ ਤੋਂ ਥੱਲੇ ਲੈ ਜਾਇਆ ਜਾਏ ਤੇ ਇੰਨਾ ਦਿਲ ਪੰਪ ਕਰ ਦਿੰਦਾ ਖੂਨ। ਜੇ ਕਹਿੰਦਾ ਖੂਨ ਦੇ ਦਿਲ ਦੇ ਹਾਰਟ ਦੇ ਪ੍ਰੈਸ਼ਰ ਨੂੰ ਵੇਖਿਆ ਜਾਏ ਤੇ ਜਿਵੇਂ 30 ਫੁੱਟ 'ਤੇ ਪ੍ਰੈਸ਼ਰ ਜਾਂਦਾ, ਜਿਵੇਂ ਆਪਾਂ ਦੇਖਦੇ ਨਹੀਂ ਗੱਡੀਆਂ ਧੋਣ ਵਾਲੇ ਦਾ, ਇੰਨਾ ਤੇਜ਼ ਪ੍ਰੈਸ਼ਰ ਕਰਦਾ। ਕਿੰਨੀਆਂ ਕੀਮਤੀ ਮਸ਼ੀਨਰੀਆਂ ਲੱਗੀਆਂ ਹੋਈਆਂ ਸਾਡੇ ਅੰਦਰ। ਆਹ ਜਿਹੜਾ ਕਿਡਨੀ ਦੇ ਵਿੱਚ ਫਿਲਟਰ ਲੱਗੇ, ਕਹਿੰਦਾ ਘੱਟੋ ਘੱਟ 6 ਲੱਖ ਫਿਲਟਰ ਲੱਗੇ ਹੋਏ ਆ ਕਿਡਨੀ ਦੇ ਵਿੱਚ, ਜਿਹੜੇ ਖੂਨ ਨੂੰ ਸਾਫ਼ ਕਰੀ ਜਾਂਦੇ ਆ। ਕਿੱਡਾ ਵੱਡਾ ਸਿਸਟਮ ਹੈ। ਅਰਬਾਂ ਖਰਬਾਂ ਡਾਲਰ ਦਾ ਇਹ ਸਰੀਰ ਹੈ। ਇੱਕ ਪਲ ਦੇ ਵਿੱਚ 23-24 ਇੱਕ ਕਹਿ ਲਓ ਇੱਕ ਘੰਟੇ ਦੇ ਵਿੱਚ 23-24 ਲੱਖ ਡਾਲਰ ਕੀਮਤ ਹੈ ਇਹਦੀ ਸਰੀਰ ਦੀ। ਜੇ ਆਖੀਏ ਤੇ ਕਿੰਨੇ ਕੁ ਕਮਾ ਲਾਂਗੇ ਅਸੀਂ, ਕਿੰਨੇ ਕੁ ਪੈਸੇ ਬਣਾ ਲਾਂਗੇ ਅਸੀਂ? ਕੁਛ ਵੀ ਨਹੀਂ। ਇਹ ਤਾਂ ਅਸੀਂ ਜੋ ਕੁਝ ਅਸੀਂ ਕੰਮ ਕਰਦੇ ਹਾਂ ਤਾਂ ਰੁਜ਼ਗਾਰ ਮਾਤਰ ਹੈ ਕਿ ਰੋਟੀ ਪਾਣੀ ਖਾ ਸਕੀਏ, ਢਿੱਡ ਭਰਨ ਵਾਸਤੇ। ਉਂਝ ਇਹ ਜੀਵਨ ਇਹ ਆਹ ਕੰਮਾਂ ਵਾਸਤੇ ਨਹੀਂ ਬਣਿਆ। ਕੰਮ ਕਰਕੇ ਸਾਰਾ ਕੁਝ ਕਰਕੇ ਅਸੀਂ 60,000 ਮਿਲੀਅਨ ਡਾਲਰ ਕਮਾ ਨਹੀਂ ਸਕਦੇ ਸਾਰੀ ਜ਼ਿੰਦਗੀ 'ਚ। ਮੈਨੂੰ ਸਿੰਘ ਨੂੰ ਆਖ ਰਿਹਾ ਸੀ, ਮਾਂ ਜੇ ਅਸੀਂ 70,000 ਮਿਲੀਅਨ ਡਾਲਰ ਕਮਾ ਕੇ ਮਰੀਏ 70 ਸਾਲਾਂ 'ਚ, ਫਿਰ ਤਾਂ ਅਸੀਂ ਮੰਨਿਆ ਵੀ ਅਸੀਂ ਕੁਝ ਮਿਹਨਤ ਕੀਤੀ, ਜਿਹੜੀ 10,000 ਮਿਲੀਅਨ ਡਾਲਰ ਵੱਧ ਕਮਾ ਲਏ। ਪਰ ਮੈਂ ਕਿਹਾ ਵੀ 60,000 ਮਿਲੀਅਨ ਡਾਲਰ 'ਤੇ ਕੀਮਤ ਹੈ ਇਹਦੀ ਸਰੀਰ ਦੀ, ਤੇ ਫਿਰ ਤੁਸੀਂ ਲਾ ਲਓ ਹਿਸਾਬ ਕਿਤਾਬ ਵੀ ਕਿੰਨੇ ਕੁ ਕਮਾਵਾਂਗੇ, ਕਿੰਨੇ ਕੁ ਖੱਟਾਂਗੇ। ਬਾਣੀ 'ਚ ਤਦੇ ਆਖਿਆ, ਕਹਾ ਕਿਆ ਤੈ ਖੱਟਿਆ ਕਹਾਂ ਗਵਾਇਆ, ਚਲੋ ਦੀਵਾਨ ਸ਼ਤਾਬ ਬੁਲਾਇਆ, ਹਰ ਫੁਰਮਾਨ ਦਰਗਾਹ ਕਾ ਆਇਆ। ਉਹਨਾਂ ਨੇ ਪੁੱਛਣਾ ਇਉਂ ਇਹ ਜੀਵਨ ਇੰਨਾ ਸੌਖਾ ਨਹੀਂ, ਇੰਨਾ ਸਸਤਾ ਨਹੀਂ। ਤਦੇ ਮਾਰਨੇ ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਹੋਰ ਕੰਮ ਤੇਰੇ ਕਿਸੇ ਕੰਮ ਨਹੀਂ, ਕੁਛ ਵੀ ਨਹੀਂ। ਤੂੰ ਸੋਨੇ ਦੇ ਭਾਂਡਿਆਂ 'ਚ ਖਾ, ਹੀਰੇ ਮੋਤੀ ਵਰਤ ਤੇਰੇ ਥੱਲੇ ਉੱਤੇ ਸੁੱਟੇ ਹੋਣ, ਇੰਨਾ ਕੁਝ ਵੀ ਹੋਵੇ ਤਾਂ ਵੀ ਇਹ ਸਰੀਰ ਉਦੋਂ ਵੀ ਕੀਮਤੀ ਹੈ। ਐਵੇਂ ਨਹੀਂ ਮਹਾਰਾਜ ਨੇ ਆਖਿਆ, ਮੋਤੀ ਤਾਂ ਮੰਦਰ ਉਸਰੈ, ਰਤਨੀ ਤਾਂ ਹੋਏ ਜੜਾਓ, ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੈ ਚਾਓ, ਮਤ ਦੇਖ ਭੂਲਾ ਵਿਸਰੈ, ਤੇਰਾ ਚਿੱਤ ਨਾ ਆਵੈ ਨਾਉ, ਹਰ ਵਿਨ ਜੀਓ ਜਲ ਵੱਲ ਜਾਓ, ਮੈਂ ਆਪਣਾ ਗੁਰਪੂਛ ਦੇਖਿਆ ਅਵਰ ਨਾਹੀ ਥਾਉ। ਕਿੱਡੀ ਵੱਡੀ ਗੱਲ ਮਹਾਰਾਜ ਨੇ ਆਖੀ। ਕਹਿੰਦੇ ਮੋਤੀਆਂ ਦੇ ਮੰਦਰ ਹੋਣ, ਰਤਨ ਜੜੇ ਹੋਣ, ਕਸਤੂਰ ਕੁੰਕਮ ਦੀ ਖੁਸ਼ਬੂ ਆਉਂਦੀ ਹੋਵੇ, ਐਨ ਚੰਦਨ ਦੀ ਲੇਪ ਕੀਤਾ ਹੋਵੇ,
ਇੰਨਾ ਕੁਝ ਹੋਣ ਦੇ ਬਾਵਜੂਦ ਮਹਾਰਾਜ ਕਹਿੰਦੇ ਕੁਝ ਵੀ ਨਹੀਂ ਹੈ ਇਹ ਜੀਵਨ ਨੂੰ ਇੰਨਾ ਪਵਿੱਤਰ ਅਤੇ ਇੰਨਾ ਉੱਚਾ ਮੰਨਿਆ ਹੈ। ਕਿਉਂ ਭਾਈ ਭਿਖਾਰੀ ਨੇ ਆਖਿਆ, ਕਹਿੰਦੇ ਭਾਈ ਗੁਰਮੁਖਾ ਇਹ ਜੀਵਨ ਤੇ ਸੇਵਾ ਸਿਮਰਨ ਕਰਕੇ ਪ੍ਰਭੂ ਦੀ ਪ੍ਰਾਪਤੀ ਲਈ ਪ੍ਰਾਪਤ ਹੈ। ਭਈ ਪ੍ਰਾਪਤ ਮਾਨੁਖ ਤੇ ਹੋਈ ਆ। ਔਰ ਐਸਾ ਵੀ ਕਬੀਰ ਜੀ ਨੇ ਆਖਿਆ, ਕਬੀਰ ਮਾਨਸ ਜਨਮ ਦੁਲੰਭ ਹੈ, ਹੋਏ ਇਹਨਾਂ 12 ਬਾਰ, ਜਿਉਂ ਬਨ ਫਲ ਪਾਕੇ ਭੋਏ ਗਿਰੈ ਬਹੁਰ ਨਾ ਲਾਗੈ ਡਾਰ। ਇਹ ਗੱਲ ਜਾਣਨਾ ਕਰੋ। ਸਤਨਾਮ ਕੋ ਸਿਮਰਨ ਕਰਨੋ, ਤਨ ਹੰਤਾ ਕੋ ਹਿਰਦੈ ਵਿਸਰਨੋ। ਕਹਿੰਦੇ ਸਤਨਾਮ ਵਾਹਿਗੁਰੂ ਦਾ ਸਿਮਰਨ ਕਰੋ ਜੀਵਨ ਵਿੱਚ। ਤਨ ਦੀ ਹੰਗਤਾ ਹਉਮੈ ਛੱਡੋ, ਮੇਰੀ ਮੇਰੀ ਜਿਹੜੀ ਕਰੇ ਜਾਂਦੇ ਆ ਵੀ ਮੇਰੀ ਆ, ਆ ਵੀ ਮੇਰੀ ਹੈ, ਕੁਛ ਵੀ ਤੇਰਾ ਨਹੀਂ ਹੈ। ਮੁਕਤੀ ਕੇ ਸਾਧਨ ਇਹ ਤੀਨ, ਕਹੈ ਗੁਰੂ ਅਰ ਸੰਤ ਪ੍ਰਵੀਨ। ਮੁਕਤੀ ਦੇ 3 ਸਾਧਨ ਨੇ, ਸੰਤ ਜਾਣੇ ਕਹਿੰਦੇ ਹਨ। ਸੁਣ ਗੁਰਮੁਖ ਨੇ ਬਾਕ ਭਿਖਾਰੀ, ਤਵੈ ਕਰ ਜੋਰ ਬੰਦਨਾ ਧਾਰੀ। ਅੱਗੋਂ ਕਿਹੜੇ ਕਿਹੜੇ ਜੀ? ਕਹਿੰਦੇ ਭਾਣਾ ਮੰਨਣਾ, ਸਤਨਾਮ ਦਾ ਸਿਮਰਨ ਕਰਨਾ, ਤੇ ਦੁਨੀਆ ਦੀ ਕੋਈ ਸ਼ੈ ਨੂੰ ਆਪਣਾ ਨਾ ਸਮਝਣਾ। ਬਾ ਇਹੀ ਮੁਕਤੀ ਦੇ 3 ਸਾਧਨ ਨੇ। ਵੈਰਾਗ ਹੋਣਾ, ਸਿਮਰਨ ਹੋਣਾ, ਤੇ ਨਾਲ ਕੀ ਆਖਿਆ? ਕਹਿੰਦੇ ਭਾਣਾ ਮੰਨਣਾ। ਇਹ ਗਿਆਨ ਨਾਲ ਹੁੰਦਾ ਹੈ। ਵਿਵੇਕ, ਵੈਰਾਗ ਅਤੇ ਸਿਮਰਨ, ਇਹ 3 ਚੀਜ਼ਾਂ ਜਿਸ ਬੰਦੇ ਕੋਲ ਨੇ ਤੇ ਸਮਝੋ ਸਾਧ ਸੰਗਤ ਉਹ ਜੀਵਨ ਦੇ ਵਿੱਚ ਤਰ ਜਾਏਗਾ। ਕਿਉਂ? ਭਾਈ ਜੀ ਨੇ ਆਖਿਆ, ਭਿਖਾਰੀ ਜੀ ਨੇ, ਸੁਨ ਗੁਰਮੁਖ ਨੇ ਬਾਕ ਭਿਖਾਰੀ, ਦੁਆ ਕਰ ਜੋਰ ਬੰਦਨਾ ਧਾਰੀ। ਜਦੋਂ ਭਾਈ ਭਿਖਾਰੀ ਦੇ ਕੋਲੋਂ ਇਹ ਵਚਨ ਸੁਣੇ ਭਾਈ ਗੁਰਮੁਖ ਨੇ, ਮੈਂ ਫਿਰ ਹੱਥ ਜੁੜ ਗਏ ਸਾਧ ਸੰਗਤ। ਕਿਉਂ? ਐਡੀ ਵੱਡੀ ਕਮਾਈ ਵਾਲੇ ਗੁਰਸਿੱਖ ਜਦੋਂ ਸਾਹਮਣੇ ਹੋਣ ਤੇ ਫਿਰ ਕਿਹਾ ਜਾ ਸਕਦਾ, ਕੁਝ ਬੋਲਿਆ ਜਾ ਸਕਦਾ? ਉਹਨਾਂ ਅੱਗੇ ਤਾਂ ਸਿਰ ਝੁਕਾਉਣਾ ਹੀ ਬਣਦਾ ਹੈ। ਧੰਨ ਧੰਨ ਬੜ ਬੁੱਧ ਵਿਚਛਨ, ਨਾਮ ਮੋਹਿ ਗੁਰਮੁਖ ਤਵ ਲੱਛਨ। ਇਹਨੇ ਆਖਿਆ, ਭਾਈ ਭਿਖਾਰੀ ਜੀ, ਨਾਮ ਤੇਰਾ ਭਿਖਾਰੀ ਹੈ ਤੇ ਮੇਰਾ ਨਾਮ ਗੁਰਮੁਖ ਹੈ, ਪਰ ਮੇਰਾ ਨਾਮ ਗੁਰਮੁਖ ਹੈ, ਮੇਰਾ ਲੱਛਣ ਗੁਰਮੁਖਾਂ ਵਾਲਾ ਨਹੀਂ। ਤੇਰੇ ਲੱਛਣ ਗੁਰਮੁਖਾਂ ਵਾਲੇ ਨੇ ਤੇ ਮੇਰੇ ਲੱਛਣ ਭਿਖਾਰੀਆਂ ਵਾਲੇ ਨੇ। ਮੈਂ ਤੇ ਕੌਡੀ ਕੌਡੀ ਨੂੰ ਲੱਭਦਾ ਫਿਰਦਾ, ਇੱਥੋਂ ਵੀ ਮਿਲ ਜੇ, ਉੱਥੋਂ ਵੀ ਮਿਲ ਜੇ। ਅਸਲ ਤੂੰ ਗੁਰਮੁਖ ਹੈ ਤੇ ਮੈਂ ਭਿਖਾਰੀ ਹਾਂ। ਕੇਵਲ ਸਰੀਰਾਂ ਦੇ ਨਾਮ ਬਦਲੇ ਆ, ਜਿਹੜੇ ਕਰਮ ਨੇ ਉਹ ਤੇਰੇ ਮੇਰੇ ਨਾਲੋਂ ਉੱਚੇ ਹਨ। ਜਸ ਦੇਖਿਓ ਮੈਂ ਚਹਿਮਨ ਪਾਵਨ, ਤਸ ਸਤਿਗੁਰ ਮੁਝ ਕੀਨ ਦਿਖਾਵਨ। ਧੰਨਵਾਦ ਗੁਰੂ ਸਾਹਿਬ ਜੀ ਦਾ, ਜਿਨ੍ਹਾਂ ਨੇ ਮੈਨੂੰ ਅਸਲ ਦੱਸਿਆ, ਸੱਚਾਈ ਸਾਹਮਣੇ ਲਿਆਂਦੀ ਮੇਰੇ। ਤੁਝ ਦਰਸ਼ਨ ਤੇ ਪਾਪ ਮਿਟਾਵੈ, ਸਦਾ ਗੁਰੂ ਕੇ ਉਰ ਮਹਿ ਭਾਵੈ। ਭਾਈ ਭਿਖਾਰੀ ਧੰਨ ਹੈ ਤੂੰ, ਤੇਰੇ ਤਾਂ ਜਿਹੜਾ ਕੋਈ ਸਿੱਖ ਦਰਸ਼ਨ ਕਰੇਗਾ ਬਈ ਉਹਦੇ ਪਾਪ ਕੱਟੇ ਜਾਣਗੇ। ਐਸੇ ਗੁਰਮੁਖ ਬ੍ਰਹਮ ਗਿਆਨੀ ਦੇ ਦਰਸ਼ਨ ਕੀਤਿਆਂ ਸਾਧ ਸੰਗਤ ਜੀ ਬਹੁਤ ਫਲ ਮਿਲਦਾ ਹੈ। ਇਮ ਉਸਤਤ ਕਰ ਬਾਰੰਬਾਰ, ਦੀਨ ਹੋਏ ਚਰਨਨ ਸਿਰ ਧਾਰ। ਇਉਂ ਭਾਈ ਭਿਖਾਰੀ ਜੀ ਦੀ ਉਸਤਤੀ ਕੀਤੀ ਤੇ ਬੜੀ ਸ਼ਰਧਾ ਨਾਲ ਨਮਸਕਾਰ ਕੀਤੀ ਹੈ। ਭਇਓ ਵਿਸਰਜਨ ਗੁਰਪੁਰ ਆਇਓ, ਨਿਸ਼ਚੈ ਪੇਖ ਸਿੱਖ ਕੋ ਬਿਸਮਾਇਓ। ਤੇ ਇਸ ਤਰੀਕੇ ਸਾਧ ਸੰਗਤ ਕੁਝ ਦਿਨ ਰਹਿ ਕੇ ਭਾਈ ਭਿਖਾਰੀ ਜੀ ਕੋਲ ਗੁਰਮੁਖ ਸਿੱਖ ਗੁਰੂ ਅਰਜਨ ਦੇਵ ਮਹਾਰਾਜ ਦੇ ਦਰਬਾਰ ਵਿੱਚ ਆ ਗਿਆ। ਸ੍ਰੀ ਅਰਜਨ ਬੈਠੇ ਜਿਸ ਥਾਈ, ਪਗ ਪੰਕਜ ਪਰ ਗਰੀਬ ਨਿਵਾਈ। ਬੜਾ ਹੈਰਾਨ ਹੋਇਆ ਇਹ ਸਭ ਕੁਝ ਵੇਖ ਕੇ, ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਦਰਸ਼ਨ ਕਰਨ ਆਇਆ ਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੂੰ ਆ ਕੇ ਮੱਥਾ ਟੇਕਿਆ, ਸਿਰ ਝੁਕਾਇਆ ਹੈ। ਮੁਸਕਾਵਤ ਸ੍ਰੀ ਮੁਖ ਸੋ ਕਹਿਓ, ਕੈਸੋ ਸਿੱਖ ਜਾਏ ਤੈ ਲਹਿਓ। ਤੇ ਗੁਰੂ ਅਰਜਨ ਦੇਵ ਜੀ ਨੇ ਵੇਖ ਲਿਆ ਵੀ ਗੁਰਮੁਖ ਆ ਗਿਆ। ਮਹਾਰਾਜ ਮੁਸਕਰਾ ਪਏ ਵੇਖ ਕੇ ਉਹਦੇ ਵੱਲ। ਕਹਿੰਦੇ, ਭਾਈ ਦੇਖਿਆ ਗੁਰਸਿੱਖ, ਭਾਣਾ ਮੰਨਣ ਵਾਲਾ ਦੇਖਿਆ ਆ। ਤੂੰ ਕਹਿੰਦਾ ਸੀ ਜੀ ਕੋਈ ਮੰਨਦਾ ਵੀ ਹੋਏਗਾ, ਹੈ ਕੋਈ ਕਿ ਨਹੀਂ ਕੋਈ ਇਸ ਦੁਨੀਆ 'ਤੇ ਭਾਣਾ ਮੰਨਣ ਵਾਲਾ। ਇਉਂ ਇਹਨੂੰ ਆਖਿਆ, ਕੈਸੀ ਰਹਿਤ ਰਹਿ ਕਿਮ ਸੇਵਹਿ, ਕਿਮ ਉਰ ਨਿਸ਼ਚੈ ਦੁਖ ਸੁਖ ਖੇਵਹਿ। ਤੂੰ ਦੱਸ ਕਿਵੇਂ ਦੀ ਰਹਿਤ ਰਹਿੰਦਾ ਭਾਈ ਗੁਰਸਿੱਖ ਭਿਖਾਰੀ, ਤੇਰਾ ਦਿਲ ਕੀ ਕਹਿੰਦਾ ਉਹਦੇ ਬਾਰੇ?
ਤੂੰ ਦੱਸ ਦੇ। ਸੁਨ ਕਰ ਹੱਥ ਜੋਰ ਕਰ ਬੋਲਾ, ਸ੍ਰੀ ਪ੍ਰਭ ਤੁਮਰੇ ਸਿੱਖ ਅਡੋਲਾ। ਅੱਗੋਂ ਹੱਥ ਜੋੜ ਕੇ ਕਹਿਣ ਲੱਗਾ, ਹੇ ਸੱਚੇ ਪਾਤਸ਼ਾਹ, ਹੇ ਗਰੀਬ ਨਵਾਜ, ਧੰਨੋ ਤੁਸੀਂ, ਧੰਨ ਤੇਰੀ ਸਿੱਖੀ, ਧੰਨ ਸਿੱਖੀ ਦਾ ਨਜ਼ਾਰਾ। ਹੇ ਮਹਾਰਾਜ, ਧੰਨ ਗੁਰੂ ਪਿਆਰੇ। ਹੇ ਮਹਾਰਾਜ, ਜੈਸੇ ਆਪ ਹੋ ਐਸੀ ਗੁਰਸਿੱਖ ਵੀ ਉੱਤੇ ਤੋਤੇ ਹਨ। ਮਹਿਮਾ ਜਿਨ ਕੀ ਕਹੀ ਨਾ ਜਾਏ, ਦੁੱਖ ਸੁਖ ਮੈਂ ਇੱਕ ਸਮ ਹਰ ਖਾਏ। ਇਹਨਾਂ ਸਿੱਖਾਂ ਬਾਰੇ ਕਿਹਾ ਹੀ ਨਹੀਂ ਜਾ ਸਕਦਾ। ਬਸ ਇਹ ਦੁੱਖ ਨੂੰ ਵੀ ਨਹੀਂ ਮੰਨਦੇ ਕੁਝ, ਦੁੱਖ 'ਚ ਦੁਖੀ ਨਹੀਂ, ਸੁੱਖ 'ਚ ਬੇਹੋਸ਼ ਮਦਹੋਸ਼ ਨਹੀਂ ਹੁੰਦੇ। ਇਹ ਦੁੱਖ ਸੁੱਖ ਨੂੰ ਬਰਾਬਰ ਜਾਣਦੇ ਆ। ਐਸੇ ਧੰਨ ਭਾਗੀ ਹਨ ਇਹ। ਸਕਲ ਪ੍ਰਸੰਗ ਕਹਿਓ ਤਿਸ ਕੇਰਾ, ਜਥਾ ਭਿਖਾਰੀ ਕੋ ਘਰ ਹੇਰਾ। ਫਿਰ ਇਸ ਭਾਈ ਗੁਰਮੁਖ ਨੇ ਸਾਰੀ ਗੱਲ ਦੱਸੀ ਸੰਗਤ ਵਿੱਚ, ਜੋ ਕੁਝ ਭਾਈ ਭਿਖਾਰੀ ਦੇ ਘਰ ਵੇਖਿਆ। ਜਿਸ ਪਰ ਆਪ ਪ੍ਰਸੰਨਤਾ ਹੋਏ, ਅਸ ਨਿਸ਼ਚਾ ਧਾਰੈ ਉਰ ਸੋਏ। ਔਰ ਅੱਗੋਂ ਆਖਿਆ, ਮਹਾਰਾਜ ਐਡਾ ਵੱਡਾ ਨਿਸ਼ਚਾ, ਐਡਾ ਵੱਡਾ ਯਕੀਨ ਇਹ ਤਾਂ ਉਹੀ ਕਰ ਸਕਦਾ ਜੀ ਤੇ ਤੁਸੀਂ ਕਿਰਪਾ ਕਰੋ। ਬਿਨਾਂ ਗੁਰੂ ਦੀ ਕਿਰਪਾ ਤੋਂ ਇਹ ਅਵਸਥਾ ਹੋਣੀ ਬੜੀ ਔਖੀ ਹੈ। ਕਿਰਪਾ ਨਿਧਾਨ ਸੁਨਤ ਹਰ ਖਾਏ, ਸੋ ਜਸ ਦਾਸ ਨਿਜ ਕੋ ਸੁਨ ਪਾਏ। ਗੁਰੂ ਅਰਜਨ ਦੇਵ ਜੀ ਸੁਣ ਕੇ ਬੜੇ ਖੁਸ਼ ਹੋਏ ਅਤੇ ਆਪਣੇ ਪਿਆਰੇ ਸਿੱਖ ਭਾਈ ਭਿਖਾਰੀ ਬਾਰੇ ਜਾਣ ਕੇ ਮਹਾਰਾਜ ਨੇ ਬੜੀ ਖੁਸ਼ੀ ਕੀਤੀ ਕਿ ਦੇਖੋ ਗੁਰਸਿੱਖ ਕਿੱਡੀ ਉੱਚੀ ਅਵਸਥਾ ਦਾ ਮਾਲਕ ਹੈ। ਸਿੱਖਨ ਪ੍ਰਿਆ ਨਿਤ ਬਨਹਿ ਸਹਾਈ, ਲੋਕ ਪਰ ਲੋਕਹਿ ਲੇਹ ਬਚਾਈ। ਜਿਵੇਂ ਇੱਕ ਮਾਂ ਨੂੰ, ਇੱਕ ਪਿਓ ਨੂੰ ਆਪਣੇ ਪੁੱਤਰ ਦੀ ਤਰੱਕੀ ਤੇ ਮਾਣ ਹੁੰਦਾ ਹੈ ਨਾ, ਖੁਸ਼ੀ ਹੁੰਦੀ ਹੈ, ਚੰਗੇ ਪਾਸੇ ਲੱਗਾ, ਇਉਂ ਗੁਰੂ ਮਹਾਰਾਜ ਜੀ ਬੜੇ ਖੁਸ਼ ਹਨ ਤੇ ਸਿੱਖਾਂ ਦੀ ਸਹਾਇਤਾ ਕਰਦੇ, ਸਿੱਖਾਂ ਦੇ ਪਿਆਰੇ ਹਨ। ਲੋਕ ਪ੍ਰਲੋਕ ਵਿੱਚ ਆਪਣੇ ਸਿੱਖਾਂ ਨੂੰ ਬਚਾ ਲੈਂਦੇ ਆ ਦੁੱਖਾਂ ਤਕਲੀਫਾਂ ਤੋਂ। ਕਵ ਸੰਤੋਖ ਸਿੰਘ ਕਰ ਗੁਰ ਬੰਦਨ, ਕਿਰਪਾ ਧਾਰ ਗਨ ਬਿਗਨ ਨਿਕੰਦਨ। ਕਵੀ ਸੰਤੋਖ ਸਿੰਘ ਜੀ ਕਹਿੰਦੇ ਗੁਰੂ ਜੀ ਅੱਗੇ ਨਮਸਕਾਰ ਹੈ ਮੇਰੀ। ਕਿਰਪਾ ਧਾਰਨ ਵਾਲੇ ਸਤਿਗੁਰੂ ਜਿਹੜੇ ਬਿਘਨਾਂ ਨੂੰ ਕੱਟਣ ਵਾਲੇ ਹਨ। ਇਉਂ ਇਤ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥੇ ਤ੍ਰਿਤੀਏ ਰਾਸੇ, ਇੱਥੇ ਤੀਜੀ ਰਾਸ ਸੰਪੂਰਨ ਹੁੰਦੀ ਹੈ। ਕਵੀ ਸੰਤੋਖ ਸਿੰਘ ਵਿਰਚਤਾਇਆ ਭਾਖਾਇਆ ਸਿੱਖਨ ਪ੍ਰਸੰਗ ਵਰਣਨ, ਨਾਮ ਏਕੋਨ ਸਪੋਤੀ ਅੰਸੀ। ਸਾਧ ਸੰਗਤ ਜੀ ਇੱਥੇ ਹੀ ਕਹਿ ਲਓ ਕਿ 69ਵਾਂ ਅੰਸੂ ਸੰਪੂਰਨ ਹੁੰਦਾ ਹੈ ਅਤੇ ਜਿਹੜੀ ਤੀਜੀ ਰਾਸ ਸੰਪੂਰਨ ਹੁੰਦੀ ਹੈ। ਅੱਗੇ ਚੌਥੀ ਰਾਸ ਆਰੰਭ ਹੋ ਰਹੀ ਹੈ। ਵੈਸੇ ਤੇ ਚੌਥੀ ਰਾਸ ਦੇ ਮੰਗਲ ਬੜੇ ਸਾਰੇ ਆਉਂਦੇ ਆ। ਪੁਰਾਤਨ ਸਮੇਂ ਦੇ ਵਿੱਚ ਨਗਰਾਂ ਵਿੱਚ, ਪਿੰਡਾਂ ਵਿੱਚ ਮਹਾਤਮਾ ਜਨ, ਵਿਦਵਾਨ ਜਨ ਮੰਗਲ ਜ਼ਰੂਰ ਕਰਿਆ ਕਰਦੇ, ਪਰ ਆਪਾਂ ਜ਼ਿਆਦਾਤਰ ਪ੍ਰਸੰਗ ਹੀ ਕਰਦੇ ਹਾਂ ਤਾਂ ਕਿ ਸੰਗਤ ਪ੍ਰਸੰਗਾਂ ਨਾਲ ਜ਼ਿਆਦਾ ਜੁੜੇ। ਆਓ ਆਪਾਂ ਮੰਗਲ ਗੁਰੂ ਸਾਹਿਬ ਦੇ ਕੁਝ ਮੰਗਲ ਕਰਕੇ ਫਿਰ ਅਗਲੀ ਜਿਹੜੀ ਚੌਥੀ ਰਾਸ ਹੈ ਉਹਨੂੰ ਆਰੰਭ ਕਰਦੇ ਹਾਂ। ਚਲੋ ਕਰਦੇ ਚਤੁਰਥ ਰਾਸ ਵਰਣਨ। ਇੱਥੇ ਹੁਣ ਕਵੀ ਜੀ ਇੱਕ ਓਂਕਾਰ ਸਤਿਗੁਰ ਪ੍ਰਸਾਦ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਬਾਣੀ ਦਾ ਮੰਗਲ ਆਰੰਭ ਕਰ ਰਹੇ ਨੇ। ਪਰਮੇਸ਼ਰ ਇੱਕ ਹੈ ਜੋ ਸਤਿਗੁਰ ਦੀ ਪ੍ਰਸਾਦ ਕੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ। ਓਂਕਾਰ ਜੋ ਸਰਬ ਦਾ ਪ੍ਰਕਾਸ਼ਕ ਹੈ। ਹੁਣ ਚੌਥੀ ਰਾਸ ਵਰਣਨ ਕਰਨ ਲੱਗੇ ਹਨ। ਦੋਹਰਾ ਬੀਨ ਦੰਡ ਪਾਨੀਨ ਮਹਿ, ਸਰਬੋਤਮਾ ਪ੍ਰਵੀਨ। ਬੀਨ ਬੀਨ ਬਿਗਨਨ ਹਨਹੁ, ਦਾਤੀ ਸੁਮਤ ਕਵੀਨ। ਇਹ ਕਵੀ ਜੀ ਨੇ ਜੋ ਕਵੀਆਂ ਦੀ ਮਰਿਆਦਾ ਹੁੰਦੀ ਸੀ, ਪਹਿਲਾਂ ਸਰਸਵਤੀ ਦਾ ਮੰਗਲ ਕਰਿਆ ਕਰਦੇ ਸਨ, ਜੋ ਹੱਥ ਦੇ ਵਿੱਚ ਬੀਨ ਪਕੜ ਕੇ ਰੱਖਦੀ ਹੈ, ਡੰਡਾ ਪਕੜ ਕੇ ਰੱਖਦੀ ਹੈ, ਸਾਰਿਆਂ ਤੋਂ ਸਿਆਣੀ ਹੈ ਔਰ ਜੋ ਵਿਘਨਾਂ ਨੂੰ ਕੱਟਣ ਵਾਲੀ ਹੈ। ਐਸੀ ਦਾਤੀ ਨੂੰ, ਕਵੀਆਂ ਨੂੰ ਜੋ ਮੱਤ ਦੇਣ ਵਾਲੀ ਹੈ, ਉਹਨੂੰ ਨਮਸਕਾਰ ਹੈ। ਪਰ ਸਾਨੂੰ ਮਹਾਂਪੁਰਸ਼ਾਂ ਨੇ ਪੜ੍ਹਾਇਆ ਸੀ
ਕਿ ਗੁਰਸਿੱਖ ਬਾਣੀ ਦਾ ਹੀ ਮੰਗਲ ਕਰਦੇ ਆ। ਗੁਰਸਿੱਖਾਂ ਨੂੰ ਗੁਰਬਾਣੀ 'ਚੋਂ ਬੋਧ ਮਿਲਦਾ ਹੈ ਤੇ ਪਰਮੇਸ਼ਰ ਦੀ ਆਦਿ ਸ਼ਕਤੀ ਪਰਮਾਤਮਾ ਦੀ, ਉਹ ਅਕਾਲ ਪੁਰਖ ਵਾਹਿਗੁਰੂ ਦੇ ਅੱਗੇ ਹੀ ਮੰਗਲ ਹੈ, ਉਹ ਬਾਣੀ ਅੱਗੇ ਹੀ ਹੈ। ਚੌਪਈ ਕਰਨਾ ਆਕਰ ਕਲਮਲ ਹਰਨਾ, ਹਰਨਾਮਾ ਜਿਤ ਨਿਰੀਤ ਸਿਮਰਨਾ। ਇਹ ਕਰੁਣਾ ਆਕਰ ਜੋ ਕਰਨਾ ਦੀ ਖਾਨ ਹਨ, ਮਿਹਰ ਦੀ ਖਾਨ, ਪਾਪਾਂ ਦੇ ਹਰਨ ਵਾਲੇ ਹਨ ਗੁਰੂ ਨਾਨਕ ਦੇਵ ਜੀ। ਹਰਨਾਮਾ ਚਿਤ ਨੀਤ ਸਿਮਰਨਾ, ਜਿਨ੍ਹਾਂ ਨੇ ਲੋਕਾਂ ਨੂੰ ਚਿੱਤ ਦੇ ਵਿੱਚ ਹਰੀ ਨਾਮ ਸਿਮਰਨ ਦੀ ਯਾਦ ਸਿਖਾਈ, ਐਸੇ ਗੁਰੂ ਨਾਨਕ ਦੇਵ ਜੀ ਨੂੰ ਨਮਸਕਾਰ ਕਰਦੇ ਮੰਗਲ ਰੂਪ ਵਿੱਚ। ਮਰਨਾ ਜਨਮਨ ਇਵ ਜਗ ਤਰਨਾ, ਤਰਨਾਪਨ ਬਿਰਖਾਨ ਹੈ ਕਰਨਾ। ਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਹਰੀ ਨਾਮ ਦੇ ਕੇ ਲੋਕਾਂ ਨੂੰ ਦੱਸਿਆ ਕਿ ਇਉਂ ਜਗਤ ਤੋਂ ਤਰਨਾ ਹੈ, ਜਵਾਨੀ ਨੂੰ ਸਫਲ ਕਰਨਾ ਹੈ। ਤਰਨਾਪਨ ਬਰਖਾਨਾ ਕਰਨਾ, ਬਰਖਾਨਾ ਜਣੀ ਸਫਲ ਕਰਨਾ। ਤਰਨ ਕਹਿੰਦੇ ਜਵਾਨ ਨੂੰ। ਬੰਦ ਹੱਥ ਸਤ ਗੁਰ ਸੁਖ ਕੰਦ, ਕੰਦਲ ਦਾਸਨ ਦੰਤ ਆਨੰਦ ਦੇਤ ਆਨੰਦ। ਸੁੱਖਾਂ ਦੇ ਮੂਲ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ, ਮੁਕਤੀ ਦੇ ਦਾਤੇ ਗੁਰੂ ਨਾਨਕ ਦੇਵ ਜੀ, ਉਹਨਾਂ ਨੂੰ ਹੱਥ ਜੋੜ ਕੇ ਨਮਸਕਾਰ ਹੈ। ਨੰਦਨ ਕਾਲੂ ਕੇਰ ਮੁਕੰਦ, ਕੰਦਨ ਬਿਗਨ ਸਦਾ ਜਗ ਬੰਦ। ਕਹਿੰਦੇ ਸ਼੍ਰੀ ਕਾਲੂ ਜੀ ਦੇ ਪੁੱਤਰ, ਮੁਕਤੀ ਦੇ ਦਾਤੇ ਤੇ ਬੰਧਨ ਬਿਘਨਾਂ ਨੂੰ ਕੱਟਣ ਵਾਲੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਨੂੰ ਸਦਾ ਹੀ ਜਗਤ ਦੇ ਬੰਦਨੀਏ ਜੋ ਬੰਦਨਾ ਯੋਗ ਹਨ, ਐਸੇ ਗੁਰੂ ਨਾਨਕ ਨੂੰ ਮੇਰੀ ਨਮਸਕਾਰ ਹੈ। ਇਹ ਕਵੀ ਜੀ ਨੇ ਮੰਗਲ ਕੀਤਾ ਹੈ। ਹੁਣ ਸਾਰੇ ਕਰ ਦਈਏ, ਸਾਰੇ ਗੁਰੂ ਸਾਹਿਬਾਨ ਦੇ ਹੋ ਜਾਣਗੇ। ਚੌਪਈ ਅੰਗਦ ਗੁਰੂ ਸਹਾਇਕ ਸੰਗ, ਸੰਗਤ ਸੇਵਤ ਸਹਿਤ ਉਮੰਗ। ਸ਼੍ਰੀ ਗੁਰੂ ਅੰਗਦ ਦੇਵ ਜੀ ਦਾ ਮੰਗਲ ਕਰ ਰਹੇ, ਜਿਹੜੇ ਸਹਾਇਤਾ ਕਰਨ ਵਾਲੇ ਆ, ਹਮੇਸ਼ਾ ਨਾਲ ਨੇ। ਸੰਗਤ ਜਿਨ੍ਹਾਂ ਨੂੰ ਸੇਵਾ ਕਰਦੀ ਹੈ ਬੜੇ ਚਾਅ ਦੇ ਨਾਲ। ਮੰਗਤ ਸਿੱਖ ਮੁਕਤ ਹਰ ਰੰਗ, ਰੰਗਤ ਬ੍ਰਹਮ ਗਿਆਨ ਪ੍ਰਭ ਅੰਗ। ਤੇ ਗੁਰਸਿੱਖ ਮੁਕਤੀ ਦੀ ਦਾਤ ਗੁਰੂ ਤੋਂ ਮੰਗਦੇ, ਹਰੀ ਰੰਗ ਵਿੱਚ ਰੰਗੇ ਜਾਣ ਦੀ ਦਾਤ ਮੰਗਦੇ ਆ। ਤੇ ਗੁਰੂ ਜੀ ਬ੍ਰਹਮ ਗਿਆਨ ਦੇ ਰੰਗ ਵਿੱਚ ਗੁਰਸਿੱਖਾਂ ਨੂੰ ਪ੍ਰਭੂ ਦੇ ਅੰਗ, ਪ੍ਰਭੂ ਦੇ ਨਾਲ ਜੋੜਦੇ ਹਨ। ਗੁਰੂ ਅਮਰਦਾਸ ਜੀ ਮੰਗਲ। ਹੁਣ ਗੁਰੂ ਅਮਰਦਾਸ ਮਹਾਰਾਜ ਜੀ ਦਾ ਮੰਗਲ ਕਰ ਰਹੇ, ਅੱਧਾ ਅੱਧਾ ਪੜ੍ਹਦੇ ਜਾਓ। ਦੀਨ ਦਿਆਲ ਸੇਵਤ ਜਿਨ ਲੀਨ, ਲੀਨ ਪ੍ਰੇਮ ਮਹਿ ਕਬਹੂ ਦੁਖੀ ਨਾ। ਹਾਂ, ਦੀਨ ਦਿਆਲ ਸੇਵਤ ਜਿਨ ਲੀਨ। ਮਹਾਰਾਜ ਸਾਹਿਬ ਕਹਿਣ ਲੱਗੇ ਗੁਰੂ ਅਮਰਦਾਸ ਮਹਾਰਾਜ ਜੀ ਬਾਰੇ, ਜਿਨ੍ਹਾਂ ਨੇ ਸ਼੍ਰੀ ਗੁਰੂ ਅੰਗਦ ਦੇਵ ਜੀ ਤੋਂ ਉਹਨਾਂ ਦੀ ਸੇਵਾ ਕਰਕੇ ਦੀਨ ਦਿਆਲ ਸੇਵਤ ਜਿਨ ਲੀਨ, ਜਿਨ੍ਹਾਂ ਨੇ ਪ੍ਰਭੂ ਦੀ ਪ੍ਰਾਪਤੀ ਕਰ ਲਈ, ਜਿਨ੍ਹਾਂ ਨੇ ਬਖਸ਼ਿਸ਼ ਲਈ। ਲੀਨ ਪ੍ਰੇਮ ਮੈਂ, ਜਿਹੜੇ ਗੁਰੂ ਪ੍ਰੇਮ ਵਿੱਚ ਲੀਨ ਰਹਿੰਦੇ ਸਨ ਗੁਰੂ ਅਮਰਦਾਸ ਜੀ, ਕਬਹੂ ਦੁਖੀ ਨਾ। ਔਖੇ ਤੋਂ ਔਖੇ ਵੇਲਿਆਂ 'ਚ ਵੀ ਗੁਰੂ ਅਮਰਦਾਸ ਜੀ ਕਦੇ ਦੁਖੀ ਨਹੀਂ ਹੋਏ। ਆ ਕੇ ਰਿਸ਼ਤੇਦਾਰਾਂ ਨੇ ਇੱਥੇ ਤੱਕ ਵੀ ਆਖਿਆ ਕਿੱਦਾਂ ਦੇ ਤੁਸੀਂ ਹੋ, ਆਪਣੇ ਕੁੜਮਾਂ ਦੇ ਬੂਹੇ 'ਤੇ ਆ ਕੇ ਬਹਿ ਗਏ, ਕਿਉਂਕਿ ਗੁਰੂ ਅੰਗਦ ਦੇਵ ਜੀ ਦੀ ਪੁੱਤਰੀ ਬੀਬੀ ਅਮਰੋ ਗੁਰੂ ਅਮਰਦਾਸ ਜੀ ਦੇ ਭਤੀਜੇ ਭਾਈ ਜੱਸੂ ਨਾਲ ਵਿਆਹੀ ਹੋਈ ਸੀ, ਇਸ ਕਰਕੇ ਕੁੜਮ ਲੱਗੇ। ਪਰ ਗੁਰੂ ਘਰ ਆ ਕੇ ਜੋੜੇ ਝਾੜੇ, ਭਾਂਡੇ ਮਾਂਜੇ, ਜਲ ਢੋਇਆ, ਹੋਰ ਕਿੰਨੀਆਂ ਸੇਵਾਵਾਂ ਕੀਤੀਆਂ। ਲੋਕਾਂ ਨੇ ਮਿਹਣੇ ਮਾਰੇ, ਲੋਕਾਂ ਨੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਨਮਾਣਾ ਨਥਾਵਾਂ ਤੱਕ ਆਖਿਆ, ਪਰ ਦੁਖੀ ਨਾ ਹੋਏ। ਹੀਨ ਮੋਹ ਭੇ ਗਿਆਨ ਪ੍ਰਵੀਨ, ਬੀਨ ਸੋ ਅਮਰ ਗੁਰੂ ਸੁਖ ਦੀਨ। ਤੇ ਸਤਿਗੁਰੂ ਗੁਰੂ ਅਮਰਦਾਸ ਜੀ, ਜਿਨ੍ਹਾਂ ਨੇ ਮੋਹ ਇਤਿਆਦਿਕ ਨੂੰ ਖੀਨ ਜਣੀ ਕਮਜ਼ੋਰ ਕੀਤਾ, ਗਿਆਨ ਜੋ ਬਹੁਤ ਪ੍ਰਵੀਨ ਬ੍ਰਹਮ ਗਿਆਨ ਹੈ ਜਿਹੜਾ, ਉਹਦੇ ਮਾਲਕ ਹੋਏ, ਦਾਤੇ ਹੋਏ। ਤੇ ਬੀਨ ਸੋ ਅਮਰ ਗੁਰੂ ਸੁਖਦੀਨ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ, ਜਿਹੜੇ ਬੀਨ ਜਣੀ ਜਾਣਨ ਵਾਲੇ ਔਰ ਸਾਰੇ ਸੁੱਖਾਂ ਦੇ ਦਾਤੇ ਹਨ। ਦੋਹਰਾ ਮਾਨ ਮਾਨ ਪਦ ਪਦਮ ਕੋ, ਪਾਨ ਜੋਰ ਸਨਮਾਨ। ਕਹਿੰਦੇ ਹਨ ਸਤਿਗੁਰੂ ਗੁਰੂ ਮਹਾਰਾਜ ਗੁਰੂ ਰਾਮਦਾਸ ਜੀ, ਮਾਨ ਮਾਨ ਪਦ ਪਦਮ ਕੋ, ਆਪ ਦੇ ਚਰਨਾਂ ਕਮਲਾਂ ਨੂੰ ਆਪਣੇ ਮਨ ਵਿੱਚ ਮਾਨ ਜਿਹੜੀ ਮੰਨ ਕੇ, ਮਾਨ ਤੇਰੇ ਚਰਨਾਂ ਦਾ ਮਾਣ ਮੰਨ ਕੇ, ਸਤਿਕਾਰ ਜਾਣ ਕੇ, ਪਦ ਪਦਮ ਕੋ ਪਾਨ ਜੋਰ ਸਨਮਾਨ, ਮਾਣ ਯੋਗ
ਆਪ ਜੀ ਦੇ ਪਾਵਨ ਚਰਨਾਂ ਨੂੰ ਮੈਂ ਹੱਥ ਜੋੜ ਕੇ ਸਨਮਾਨ ਦੇਣਾ ਹਾਂ। ਹੇ ਗੁਰੂ ਰਾਮਦਾਸ ਜੀ। ਮਾਨਸ ਮੈਂ ਹਰਦਾਸ ਸੁਤ ਬਸੋ ਸਦਾ ਮਮ ਮਾਨ। ਹੇ ਮਾਨ ਸਰੋਵਰ ਦੀ ਤਰ੍ਹਾਂ ਜਾਂ ਮਨ ਵਿੱਚ ਮਾਨਸ ਮੈਂ ਬੰਦਿਆਂ ਦੇ ਵਿੱਚ ਹਰਦਾਸ ਸੁਤ, ਹਰੀਦਾਸ ਇਹਨਾਂ ਦੇ ਪਿਤਾ ਦਾ ਨਾਂ ਸੀ। ਹੇ ਹਰਦਾਸ ਜੀ ਦੇ ਬਾਬਾ ਹਰਦਾਸ ਜੀ ਦੇ ਸਪੁੱਤਰ ਜੋ ਮਨੁੱਖੀ ਜੰਮੇ ਵਿੱਚ ਜਨਮ ਧਾਰ ਕੇ ਆਏ, ਹਰੀਦਾਸ ਜੀ ਦੇ ਪੁੱਤਰ ਬਣ ਕੇ ਬਸੋ ਸਦਾ ਮਮ ਮਾਨ, ਤੇ ਮੇਰੇ ਮਨ ਵਿੱਚ ਆ ਕੇ ਵਸੋ। ਸਾਡਾ ਮਾਨ ਮਮ ਮਾਨ, ਮੇਰਾ ਮਾਣ ਵਧਾਓ। ਸਾਨੂੰ ਮਮ ਮਾਨ, ਮੇਰੀ ਬੇਨਤੀ ਨੂੰ ਮੰਨ ਲਓ। ਸਾਡੀ ਬੇਨਤੀ ਨੂੰ ਮੰਨ ਕੇ ਸਾਡੇ ਹਿਰਦੇ ਵਿੱਚ ਵਸ ਜਾਓ ਜੀ। ਸੋਰਠਾ ਹਰ ਹਰ ਬਿਗਨ ਵਿਕਾਰ ਹਰ ਹਰ ਲਿਵ ਉਰ ਕੇ ਅਧਕ। ਗੁਰੂ ਅਰਜਨ ਦੇਵ ਜੀ ਦਾ ਮੰਗਲ ਕਰ ਰਹੇ। ਹਰ ਹਰ ਵਿਗਨ ਵਿਕਾਰ ਹਰ ਇੱਕ ਹਰ ਤਰ੍ਹਾਂ ਦੇ ਜਾਣੀ ਹਰ ਪ੍ਰਕਾਰ ਦੇ ਵਿਗਨਾਂ ਨੂੰ, ਹਰੇਕ ਵਿਗਨ ਨੂੰ, ਹਰੇਕ ਵਿਕਾਰ ਨੂੰ ਹਰਨ ਵਾਲੇ, ਹਰੀ ਪਰਮਾਤਮਾ ਦੀ ਲਿਵ ਔਰ ਹਿਰਦੇ ਦੇ ਵਿੱਚ ਅਧਿਕ ਕਰਨ ਵਾਲੇ, ਤੇਜ ਕਰਨ ਵਾਲੇ। ਧਿਕ ਤਿਨ ਜਨ ਬਹੁ ਬਾਰ ਗੁਰ ਅਰਜਨ ਬਚ ਪਰ ਹਰ ਹੈ। ਕਹਿੰਦੇ ਉਹਨਾਂ ਲੋਕਾਂ ਦੇ ਤਾਂ ਤਰਕਾਰ ਹੈ ਜਿਹੜੇ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਬਚਨ ਛੱਡਦੇ ਆ। ਇਹ ਗੁਰੂ ਅਰਜਨ ਦੇਵ ਜੀ ਦੇ ਬਚਨ ਲੋਕਾਂ ਦੇ ਵਿਘਨ ਕੱਟਣ ਵਾਲੇ, ਵਿਕਾਰ ਕੱਟਣ ਵਾਲੇ, ਪ੍ਰਭੂ ਦੀ ਬੰਦਗੀ ਹਿਰਦੇ ਵਿੱਚ ਟਿਕਾਉਣ ਵਾਲੇ ਨੇ। ਲੋਕਾਂ ਨੂੰ ਚਾਹੀਏ ਕਿ ਗੁਰੂ ਅਰਜਨ ਦੇਵ ਮਹਾਰਾਜ ਜੋ ਬਾਣੀ ਦੇ ਰਚੇਤਾ ਹਨ, ਜੋ ਜਿਨ੍ਹਾਂ ਗੁਰਬਾਣੀ ਦਾ ਕਹਿ ਲਓ ਖਜ਼ਾਨਾ ਸੰਗਤ ਨੂੰ ਦਿੱਤਾ, ਜਿਹੜੇ ਐਸੇ ਲੋਕ ਉਹਨਾਂ ਦੇ ਵਚਨਾਂ ਤੋਂ ਮੁੱਕਰਦੇ, ਉਹਨਾਂ ਦੇ ਜੀਵਨ ਨੂੰ ਤਰਕਾਰ ਹੈ। ਚਾਹੀਦਾ ਤਾਂ ਹੈ ਐਸੇ ਗੁਰੂ ਦੇ ਅੱਗੇ ਐਸੇ ਗੁਰ ਕਉ ਬਲ ਬਲ ਜਾਈਐ, ਆਪ ਮੁਕਤ ਮੋਹਿ ਤਾਰੈ। ਸੁੰਦਰ ਸ਼ੁਭਤ ਬਿਲੰਦ ਮਦ ਨਾ ਰਹਿਓ ਮਨ ਮਦਨ ਕੇ। ਸ਼੍ਰੀ ਗੁਰੂ ਹਰਗੋਬਿੰਦ ਜੀ ਇਤਨੇ ਡਾਢੇ ਸੋਹਣੇ ਸ਼ੋਭਾ ਵਾਲੇ ਤੇ ਬਿਲੰਦ, ਸੁੰਦਰ ਸ਼ੁਭਤ ਬਿਲੰਦ ਮਦ ਨਾ ਰਹਿਓ ਮਨ ਮਦਨ ਕੇ। ਸਤਿਗੁਰੂ ਗੁਰੂ ਅਰਜਨ ਦੇਵ ਜੀ ਇੰਨੇ ਸੋਹਣੇ ਬਹੁਤ ਬਿਲੰਦ ਸ਼ੋਭਾ ਵਾਲੇ ਹਨ। ਮਦ ਨਾ ਰਹਿਓ, ਹੰਕਾਰ ਨਹੀਂ ਰਿਹਾ। ਮਨ ਮਦਨ ਕੇ, ਮਨ ਦੇ ਅੰਦਰ ਜਿਹੜਾ ਮਦਨ ਕਾਮਦੇਵ ਦਾ ਹੀ ਨਾਮ ਹੈ। ਕਹਿੰਦੇ ਕਾਮ ਇਤਿਆਦਿਕ ਜਿੰਨੇ ਵਿਕਾਰ ਨੇ ਉਹਨਾਂ ਨੂੰ ਕੱਟਣ ਵਾਲੇ ਹਨ। ਸ੍ਰੀ ਹਰਗੋਬਿੰਦ ਚੰਦ ਬੰਦਨ ਪਦ ਦੁੱਤ ਸਦਨ ਕੇ। ਕਹਿੰਦੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਜੋ ਚੰਦਰਮਾ ਦੀ ਤਰ੍ਹਾਂ ਇੱਕ ਕੰਗੇ ਦ੍ਰਿਸ਼ਟਾਂਤ ਲਿਆ ਜਾਏਗਾ, ਜੋ ਸ਼ਾਂਤੀ ਵਰਤਾਉਣ ਵਾਲੇ ਹਨ, ਉਹਨਾਂ ਦੇ ਪਾਵਨ ਚਰਨਾਂ 'ਤੇ ਨਮਸਕਾਰ ਹੈ। ਸ਼ੋਭਾ ਦੇ ਦੁੱਤ ਸਦਨ ਕੇ, ਦੁੱਤ ਸ਼ੋਭਾ ਦੇ ਸਦਨ ਜਣੀ ਘਰ ਹਨ। ਜਣੀ ਐਉਂ ਸਮਝੋ ਕਿ ਹੁਸਨੁਲ ਵਜੂ ਹੈ, ਹੁਸਨ ਦੇ ਵਜੂਦ, ਦੁਨੀਆ ਦੀ ਸੁਹੱਪਣ ਦੇ ਵਜੂਦ ਗੁਰੂ ਹਰਗੋਬਿੰਦ ਜੀ ਦੇ ਚਰਨ ਹਨ। ਕਰੇ ਰੰਗ ਤੇ ਰਾਏ ਸੇਵਕ ਸੇਵਤ ਪਾਸ ਜੇ। ਸ਼੍ਰੀ ਗੁਰੂ ਹਰ ਰਾਏ ਜੀ ਦਾ ਮੰਗਲ ਕਰ ਰਹੇ। ਸ਼੍ਰੀ ਗੁਰੂ ਹਰ ਰਾਏ ਜੀ ਮਹਾਰਾਜ ਗਰੀਬਾਂ ਤੋਂ, ਰੰਕ ਤੋਂ, ਭਿਖਾਰੀਆਂ ਤੋਂ ਰਾਜੇ ਬਣਾਉਣ ਵਾਲੇ ਹੈ। ਜਿਹੜਾ ਉਹਨਾਂ ਦੀ ਸੇਵਾ ਕਰਦਾ ਹੈ, ਉਹਨਾਂ ਦੇ ਪਾਸ ਰਹਿ ਕੇ ਉਹਨਾਂ ਦੀ ਜਿਹੜਾ ਵੀ ਸੇਵਾ ਕਰਦਾ ਹੈ, ਉਹਨਾਂ ਨੂੰ ਰੰਕ ਤੋਂ ਰਾਜੇ ਬਣਾ ਦਿੰਦੇ ਹਨ। ਸ੍ਰੀ ਸਤਿਗੁਰ ਹਰਿ ਰਾਏ ਹਤੀ ਦੁਖਤ ਜਮ ਪਾਸ ਜੇ। ਸ਼੍ਰੀ ਗੁਰੂ ਹਰਿ ਰਾਏ ਜੀ ਮਹਾਰਾਜ ਤੇ ਦੁੱਖਾਂ ਨੂੰ ਕੱਟਣ ਵਾਲੇ, ਤੇ ਜਿਹੜੇ ਦੁੱਖ ਜਮ ਦੇ ਪਾਸ ਜਾ ਕੇ ਲੱਗਣੇ ਆ ਨਾ, ਜਮ ਦੇ ਦੁੱਖ, ਉਹ ਦੁੱਖ ਵੀ ਗੁਰੂ ਨੇ ਕੱਟ ਦੇਣੇ ਹਨ। ਦੇਹ ਅਵਸਥਾ ਬਾਲ ਬੜੇ ਗੁਣਨ ਮਹਿ ਅਵਤਰੇ। ਤੇ ਸ਼੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਜੀ ਦਾ ਮੰਗਲ ਕਰ ਰਹੇ। ਕਹਿੰਦੇ ਦੇਹ ਅਵਸਥਾ ਬਾਲ ਬੜੇ ਗੁਣ ਨਮਹਿ ਅਵਤਰੇ। ਭਾਵੇਂ ਦੇਹ ਦੀ ਅਵਸਥਾ ਤਾਂ ਬਚਪਨ ਅਵਸਥਾ ਹੈ, ਬਿਲਕੁਲ ਛੋਟੀ ਅਵਸਥਾ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਜੀ ਦੀ, ਪਰ ਗੁਣ ਜੋ ਤੋਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟੀ ਹੈ। ਜੋਤ ਗੁਰੂ ਨਾਨਕ ਦੀ ਹੈ, ਗੁਣ ਸਾਰੇ ਰੱਬੀ ਗੁਣਾਂ ਦੇ ਮਾਲਕ ਹਨ, ਪਰ ਸਰੀਰਕ ਜਾਮਾ ਬਿਲਕੁਲ ਛੋਟਾ ਹੈ। ਤਰੇ ਸੇਵ ਨਰ ਬਾਲ ਸ਼੍ਰੀ ਹਰਿਕ੍ਰਿਸ਼ਨ ਸੁਜਸ ਕਰੇ। ਕਹਿੰਦੇ ਜਿਹੜੇ ਬੰਦੇ ਵੀ ਸ਼੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਜੀ ਦੇ ਬਾਲ ਰੂਪ ਦੇ ਦਰਸ਼ਨ ਕਰਦੇ, ਜਾਂ ਉਹਨਾਂ ਦੀ ਸੇਵਾ ਕਰਦੇ, ਜਾਂ ਉਹਨਾਂ ਨੂੰ ਯਾਦ ਕਰਦੇ, ਉਹਨਾਂ ਦੇ ਦਰਸ਼ਨ ਕਰਦੇ, ਉਹਨਾਂ ਦਾ ਨਾਮ ਜਪਦੇ, ਸ਼੍ਰੀ ਹਰਕ੍ਰਿਸ਼ਨ ਧਿਆਈ ਹੈ ਜਿਸ ਡਿਠੇ ਸਭ ਦੁੱਖ ਜਾਏ। ਐਸੇ ਗੁਰੂ ਹਰਕ੍ਰਿਸ਼ਨ ਜੀ ਦੁੱਖਾਂ ਨੂੰ ਕੱਟਣ ਵਾਲੇ ਹਨ। ਧਰਮ ਜਗਤ ਰਖ ਲੀਨ ਤ੍ਰਿਣ ਸਭ ਆਪਣੋ ਦੀਨ ਸਿਰ। ਕਹਿੰਦੇ ਗੁਰੂ ਤੇਗ ਬਹਾਦਰ ਸਾਹਿਬ ਜਿਨ੍ਹਾਂ ਨੇ ਜਗਤ ਦੇ ਧਰਮ ਨੂੰ ਰੱਖਿਆ, ਹਿੰਦੂ ਧਰਮ ਦੀ ਰਖਵਾਲੀ ਕੀਤੀ। ਧਰਮ ਜਗਤ ਰਖ ਲੀਨ ਤ੍ਰਿਣ ਸਮ ਆਪਣੋ ਦੀਨ ਸਿਰ।
ਆਪਣੇ ਸਿਰ ਨੂੰ ਘਾਹ ਦੀ ਤਰ੍ਹਾਂ ਛੱਡ ਦਿੱਤਾ। ਜਿਵੇਂ ਕੋਈ ਬੰਦਾ ਘਾਹ ਛੱਡ ਦਿੰਦਾ ਤੇ ਮਾਣ ਨਹੀਂ ਨਾ ਕਰਦਾ ਵੀ ਚੱਲ ਲੈ ਜਾ, ਆਪਣਾ ਸੀਸ ਦੇ ਦਿੱਤਾ। ਐਸੇ ਸਤਿਗੁਰੂ ਗੁਰੂ ਤੇਗ ਬਹਾਦਰ ਧਰਮ ਰੱਖਿਅਕ, ਧਰਮ ਦੀ ਚਾਦਰ, ਹਿੰਦ ਦੀ ਚਾਦਰ ਹਨ। ਸਿਰੜ ਨ ਦੀਨ ਪ੍ਰਵੀਨ ਤੇਗ ਬਹਾਦਰ ਧੀਰ ਗੁਰ। ਸਿਰੜ ਹੁੰਦਾ ਹੈ ਸਾਧ ਸੰਗਤ ਜੀ ਭੇਦ, ਕਹਿੰਦੇ ਆਪਣੇ ਅੰਦਰ ਦਾ ਭੇਦ ਨਹੀਂ ਦੱਸਿਆ ਕਿਸੇ ਨੂੰ, ਕਿ ਉਹ ਜੁਗਾਂ ਜੁਗਾਂ ਤੱਕ ਧਰਮ ਦੀ ਥੰਮੀ ਬਣ ਕੇ ਖੜਨਗੇ। ਸਿਰ ਨਾ ਦੀਨ ਪ੍ਰਵੀਨ ਤੇਗ ਬਹਾਦਰ ਧੀਰ ਗੁਰ। ਸਤਿਗੁਰੂ ਧੀਰਜ ਦੇ ਮਾਲਕ ਗੁਰੂ ਤੇਗ ਬਹਾਦਰ ਜੀ ਇੰਨੇ ਪ੍ਰਵੀਨ ਜਾਣਨ ਵਾਲੇ ਹਨ, ਪਰ ਵਿਸ਼ੇਸ਼ ਕਰਕੇ ਬੀਨਣ ਵਾਲੇ ਹਨ, ਜਾਣਨ ਵਾਲੇ ਹਨ, ਗਿਆਤੇ ਹਨ, ਜਿਨ੍ਹਾਂ ਆਪਣਾ ਸੀਸ ਦੇ ਕੇ ਸ਼ਹਾਦਤ ਪ੍ਰਾਪਤ ਕਰਕੇ ਸਾਧ ਸੰਗਤ ਧਰਮ ਦੀ ਰੱਖਿਆ ਕੀਤੀ। ਕੀਨੋ ਵੱਡੋ ਕਲੂ ਮੈਂ ਸਾਕਾ ਆਖਿਆ ਦਸਮੇਸ਼ ਪਿਤਾ ਨੇ। ਈਸਟ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮੰਗਲ। ਗੁਰੂ ਗੋਬਿੰਦ ਸਿੰਘ ਮਹਾਰਾਜ ਦਸਮੇਸ਼ ਪਿਤਾ ਬਾਜਾਂ ਵਾਲੇ ਪਾਤਸ਼ਾਹ ਦਾ ਮੰਗਲ ਕਵੀ ਜੀ ਕਰ ਰਹੇ ਨੇ। ਜੋ ਜਗ ਮੈਂ ਤਨ ਹਿੰਦ ਆਹੈ ਸਭ ਪੈ ਉਪਕਾਰ ਵਿਸਾਲ ਕਰਿਓ। ਕਹਿੰਦੇ ਕਵੀ ਜੀ ਕਹਿੰਦੇ ਜਗਤ ਦੇ ਵਿੱਚ ਜਿੰਨੇ ਵੀ ਹਿੰਦੂ ਹੈ, ਕਹਿੰਦੇ ਉਹਨਾਂ ਸਭਨਾਂ ਤੇ ਪਰਉਪਕਾਰ ਐਡਾ ਵੱਡਾ ਕੀਤਾ ਜੋ ਪਹਿਲਾਂ ਕਿਸੇ ਦੇਵੀ ਦੇਵਤੇ ਨੇ ਨਾ ਕੀਤਾ, ਨਾ ਕੋਈ ਕਰ ਸਕਦਾ ਹੈ। ਮਨ ਹੈ ਜੇ ਨਾ ਅਗੀਨ ਹੈ ਕੋ ਸਮ ਜਾਏ ਨਿਰੈ ਪਦ ਬੀਚ ਪਰਿਓ। ਜਿਹੜੇ ਗੁਰੂ ਗੋਬਿੰਦ ਸਿੰਘ ਦਾ ਪਰਉਪਕਾਰ ਨਹੀਂ ਮੰਨਣਗੇ ਉਹਨਾਂ ਵਰਗਾ ਪਾਪੀ ਕੋਈ ਨਹੀਂ ਹੈ ਕਹਿੰਦੇ ਹਿੰਦ ਦੇ ਵਿੱਚ। ਕਹਿੰਦੇ ਜਾਏ ਨਿਰੈ ਪਦ, ਨਿਰੈ ਪਦ ਕਹਿੰਦੇ ਨਰਕਾਂ ਨੂੰ, ਕਹਿੰਦੇ ਨਰਕਾਂ ਵਿੱਚ ਜਾਊਗਾ ਉਹ ਬੰਦਾ ਜਿਹੜਾ ਹਿੰਦੂ ਹੋ ਕੇ, ਹਿੰਦ ਦਾ ਵਾਸੀ ਹੋ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਪਰਉਪਕਾਰਾਂ ਨੂੰ ਭੁੱਲ ਜਾਏਗਾ। ਵੀਰ ਬਲੀ ਗੁਰੂ ਗੋਬਿੰਦ ਸਿੰਘ ਮਹਾਤੁਰ ਕਾਨ ਕੋ ਤੇਜ ਹਰਿਓ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੀਰ ਸੂਰਮੇ ਬਲੀ ਬਹਾਦਰ ਯੋਧੇ, ਪਰਉਪਕਾਰੀ ਨੀਲੇ ਦੇ ਸ਼ਾਹ ਸਵਾਰ ਚਿੱਟਿਆਂ ਬਾਜਾਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ, ਜਿਨ੍ਹਾਂ ਨੇ ਬਹੁਤ ਵੱਡੇ ਤੁਰਕਾਂ ਨੂੰ 22 ਲੱਖ ਫੌਜ ਔਰੰਗਜ਼ੇਬ ਦੀ ਸੀ ਸਾਧ ਸੰਗਤ, ਇੰਨੀ ਫੌਜ ਦੇ ਮਾਲਕ ਔਰੰਗਜ਼ੇਬ ਦਾ ਤੇਜ ਖਤਮ ਕਰਕੇ ਮਿੱਟੀ 'ਚ ਰੋਲ ਕੇ ਤੇ ਸਾਧ ਸੰਗਤ ਇੱਕ ਆਪਣੇ ਸਿੱਖ ਬੰਦੇ ਬਹਾਦਰ ਤੋਂ ਮੁਗਲ ਰਾਜ ਦੀਆਂ ਜੜ੍ਹਾਂ ਪਟਾ ਕੇ ਰੱਖ ਦਿੱਤੀਆਂ। ਇਉਂ ਤੀਰ ਮਾਰ ਕੇ ਰਾਏਕੋਟ ਆਖਿਆ ਮੁਗਲਾਂ ਦੀ ਜੜ ਪੱਟ ਦਿੱਤੀ। ਐਸੇ ਗੁਰੂ ਕਲਗੀਧਰ ਮਹਾਰਾਜ ਨੂੰ ਹਿੰਦ ਥਿਰਿਓ ਵੱਡ ਜੰਗ ਜੁਰਿਓ ਭਟ ਬ੍ਰਿੰਦ ਮਰਿਓ ਰਸ ਵੀਰ ਭਰਿਓ। ਕਹਿੰਦੇ ਹਿੰਦ ਥਿਰਿਓ, ਹਿੰਦ ਨੂੰ ਖੜਾ ਕੇ ਰੱਖ ਦਿੱਤਾ। ਵੱਡ ਜੰਗ ਜੁਰਿਓ, ਸਾਧ ਸੰਗਤ ਛੋਟੀ ਉਮਰ ਵਿੱਚ ਕਿੱਡੇ ਕਿੱਡੇ ਜੰਗ ਕੀਤੇ ਵੱਡੇ ਵੱਡੇ, ਆਪਣੇ ਕੁਝ ਖਾਲਸਿਆਂ ਦੇ ਨਾਲ, 40 ਸਿੰਘਾਂ ਦੇ ਨਾਲ, ਤੇ ਸਾਧ ਸੰਗਤ ਆਪਣੇ 2 ਸੁਪੁੱਤਰਾਂ ਦੇ ਨਾਲ, ਆਪ ਚਮਕੌਰ ਦੀ ਗੜੀ 'ਚ 10 ਲੱਖ ਫੌਜ ਨਾਲ ਸਾਧ ਸੰਗਤ ਜੰਗ ਕੀਤਾ। ਆਪਣਾ ਸ਼ਸਤਰ ਨਹੀਂ ਸੁੱਟੇ, ਧਰਮ 'ਤੇ ਖੜੇ। ਭਟ ਬ੍ਰਿੰਦ ਮਰਿਓ, ਵੱਡੇ ਵੱਡੇ ਸੂਰਮੇ ਆਪਣੇ ਵੱਲੋਂ ਵੀ ਸ਼ਹਾਦਤਾਂ ਪਾ ਗਏ ਤੇ ਸਾਹਮਣੇ ਦੁਸ਼ਮਣਾਂ ਦੇ ਫੌਜ ਵੀ ਨਾਸ਼ ਕਰ ਦਿੱਤੀ। ਰਸ ਵੀਰ ਭਰਿਓ, ਜਿਨ੍ਹਾਂ ਇਸ ਮੁਰਦਾ ਲੋਕਾਂ ਦੇ ਅੰਦਰ, ਇਹਨਾਂ ਦੀ ਮਰ ਚੁੱਕੀ ਜਿੰਦ ਦੇ ਅੰਦਰ, ਰੂਹ ਦੇ ਅੰਦਰ ਵੀਰ ਰਸ ਭਰਿਆ। ਅੰਮ੍ਰਿਤ ਦੀ ਦਾਤ ਬਖਸ਼ ਕੇ, ਖੰਡੇ ਬਾਟੇ ਦੀ ਦਾਤ ਦੇ ਕੇ ਬਚਨ ਕੀਤਾ, चिड़ियों से मैं बाज लड़ाऊं तोड़ाऊं, 1.25 लाख से एक लड़ाऊं, तबै गोबिंद सिंह नाम कहाऊं। ऐसे गुरु गोबिंद सिंह नूं मेरी नमस्कार है। कवि जी कहंदे दोहरा आगे 10 पातशाह के सिख संगत गुरदास। अगे 10 पातशाह तो बाद जिन्नी भी संगत हुई, ਉਹਨਾਂ ਦੇ ਜਿੰਨੇ ਵੀ ਸਿੱਖ ਹਨ, ਉਹ ਅੱਗੇ ਉਹਨਾਂ ਦੀ ਜਿੰਨੇ ਦਾਸ ਹਨ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ, ਸਭਨਾਂ ਨੂੰ ਮੇਰੀ ਨਮਸਕਾਰ ਹੈ। ਨਮਸਕਾਰ ਮੇਰੀ ਸਭਨਾ ਸੁਣੋ ਦੀ ਅਰਦਾਸ। ਮੇਰੀ ਸਭ ਨੂੰ ਨਮਸਕਾਰ ਹੈ, ਅਰਦਾਸ ਮੇਰੀ ਸੁਣੋ। ਸਤਿਗੁਰ ਚਰਨ ਸਰੋਜ ਕੋ ਮਾਨਸ ਮਾਨਸ ਹੋਏ। ਕਹਿੰਦੇ ਗੁਰੂ ਦੇ ਸੋਹਣੇ ਚਰਨਾਂ ਕਮਲਾਂ, ਮਾਨ ਸਰੋਵਰ ਦਾ ਮੇਰਾ ਮਨ, ਮਨੁੱਖੀ ਜਨਮ ਜਿਹੜਾ ਨਾ ਮਾਨ ਸਰੋਵਰ ਦੇ ਵਿੱਚ ਤਾਰੀਆਂ ਲਾਉਣ ਵਾਲਾ ਹੋ ਜਾਵੇ, ਮਾਨ ਸਹਿਤ ਹੋ ਜਾਏਗਾ। ਮਾਨਸ ਜਨਮ ਸਕਾਰ ਥਾ ਮਾਨਸ ਤਰ ਹੈ ਸੋਏ। ਕਹਿੰਦੇ ਮਾਨਸ ਜਨਮ ਸਕਾਰ ਥਾ ਹੋ ਜਾਏਗਾ, ਕਹਿੰਦੇ ਮਾਨਸ ਤਰ ਹੈ ਸੋਏ। ਕਹਿੰਦੇ ਉਹ ਮਾਨਸ ਜਣੀ ਮਨੁੱਖ ਤਰ ਜਾਏਗਾ ਜਿਹੜਾ ਸਤਿਗੁਰੂ ਦੇ ਚਰਨਾਂ ਨਾਲ ਜੁੜੇਗਾ। ਚੌਪਈ ਸਭ ਸੰਤਨ ਕੋ ਕਰ ਕਰ ਬੰਦਨ, ਕਹੂੰ ਕਥਾ ਸਭ ਵਿਘਨ ਨਿਕੰਦਨ। ਕਹਿੰਦੇ ਸਾਰੇ ਗੁਰੂਆਂ ਨੂੰ ਯਾਦ ਕਰਕੇ, ਨਮਸਕਾਰ ਕਰਕੇ ਇਹ ਕਥਾ ਮੈਂ ਤੁਹਾਨੂੰ ਸੁਣਾ ਰਿਹਾ ਜਿਹੜੀ ਵਿਘਨ ਕੱਟਣ ਵਾਲੀ ਹੈ। ਦੀਨ
ਕਰੀ ਕਥਾ ਗੁਰਨ ਕੀ ਸੁੰਦਰ ਧਰੀ। ਤਿੰਨ ਰਾਸਾਂ ਪੂਰੀਆਂ ਹੋ ਗਈਆਂ, ਜਿਹਦੇ ਵਿੱਚ ਗੁਰੂਆਂ ਦੀ ਕਥਾ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸਿੱਖਾਂ ਤੱਕ ਹੋ ਗਈ ਹੈ। ਪੁੱਛਿਓ ਸਭ ਸਿੱਖਨ ਹਿਤ ਕਰਕੇ ਕਥਾ ਗੁਰਨ ਕੀ ਕਹੋ ਵਿਚਰਕੈ। ਇਉਂ ਕਵੀ ਜੀ ਨੇ ਭਾਈ ਦੱਸਿਆ ਕਿ ਸਤਿਗੁਰਾਂ ਦੀ ਕਥਾ ਕਿਵੇਂ ਇਹ ਸੰਗਤ ਤੱਕ ਆਈ। ਗੁਰੂ ਅਰਜਨ ਦੇਵ ਜੀ, ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਇੱਕ ਭਾਈ ਰਾਮਕੁਰ ਨਾਂ ਦਾ ਸਿੱਖ ਹੋਇਆ ਗੁਰੂ ਕਲਗੀਧਰ ਜੀ ਦੇ ਸਮੇਂ, ਜੋ ਬਾਅਦ ਵਿੱਚ ਭਾਈ ਗੁਰਬਖਸ਼ ਸਿੰਘ ਬਣਿਆ। ਉਹਨੇ ਸਾਰੀ ਕਥਾ ਸੰਗਤ ਨੂੰ ਸੁਣਾਈ। ਕਿਵੇਂ ਸੁਣਾਈ, ਕੀ ਕੁਝ ਦੱਸਿਆ, ਉਹ ਆਉਣ ਵਾਲੇ ਦਿਨਾਂ ਵਿੱਚ ਆਪਾਂ ਸਰਵਣ ਕਰਾਂਗੇ। ਸਮੇਂ ਦੀ ਸਮਾਪਤੀ, ਹੋਈਆਂ ਭੁੱਲਾਂ ਦੀ ਖਿਮਾ। ਸਮੂਹ ਸੰਗਤ ਦਾ ਧੰਨਵਾਦ ਜੀ। ਹੇ ਅਚੁੱਤ, ਹੇ ਪਾਰ ਬ੍ਰਹਮ ਅਵਿਨਾਸ਼ੀ, ਹੇ ਪੂਰਨ, ਹੇ ਸਰਬ ਮੈਂ, ਹੇ ਸੰਗੀ, ਹੇ ਨਿਰੰਕਾਰ, ਹੇ ਨਿਰਗੁਣ, ਹੇ ਗੋਬਿੰਦ, ਹੇ ਗੁਣ ਨਿਧਾਨ, ਹੇ ਅਪਰੰਪਰ ਹਰ ਹਰੇ, ਹੇ ਸੰਤਾਂ ਕੇ ਸਦਾ ਸੰਗ, ਹੇ ਠਾਕੁਰ ਹੋਂ ਦਾਸਰੋ, ਨਾਨਕ ਦੀਜੈ ਨਾਮ ਦਾਨ, ਆਏ ਪ੍ਰਭ ਸ਼ਰਨਾਗਤੀ, ਏਕ ਅੱਖਰ ਹਰ ਮਨ ਬਸਤ, ਏਕ ਅੱਖਰ ਹਰ ਮਨ ਬਸਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।